ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਦੂਜਾ। ਨਾਨਕ ਅੰਧਾ ਹੋਏਗਾ, ਰਤਨਾ ਪਰਖਣ ਜਾਏ। ਰਤਨਾ ਸਾਰ ਨਾ ਜਾਣੇ, ਆਵੈ ਆਪ ਲਖਾਏ। ਨਾਨਕ ਅੰਧਾ ਹੋਏਗਾ, ਰਤਨਾ ਪਰਖਣ ਜਾਏ। ਰਤਨਾ ਸਾਰ ਨਾ ਜਾਣੇ, ਆਵੈ ਆਪ ਲਖਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾ ਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ, ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ। ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰੰਪਾਰ ਕਿਰਪਾ ਰਹਿਮਤ ਦਾ ਸਦਕਾ, ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਚਰਨਾਂ ਦੀ ਛੋਹ ਨਾਲ ਪਵਿੱਤਰ ਹੋਈ ਧਰਤੀ, ਸੁਲਤਾਨਪੁਰ ਲੋਧੀ ਦੀ ਇਹ ਪਾਵਨ ਨਗਰੀ, ਜਿਸ ਦੇ ਕੋਨੇ ਕੋਨੇ ਨੂੰ, ਕਣ ਕਣ ਨੂੰ ਜਗਤ ਗੁਰੂ ਜੀ ਨੇ ਆਪਣੇ ਚਰਨਾਂ ਦੀ ਛੋਹ ਬਖਸ਼ ਕਰਕੇ ਪਵਿੱਤਰ ਕੀਤਾ ਹੈ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਔਰ ਇੱਥੋਂ ਦੀ ਚਰਨ ਧੂੜੀ ਗੁਰੂ ਕੀਆਂ ਸੰਗਤਾਂ ਭਾਵਨਾ ਦੇ ਨਾਲ ਪ੍ਰਾਪਤ ਕਰਦੀਆਂ ਹਨ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਨ ਸੋਆ। ਸਤਿਗੁਰੂ ਜੀ ਦਾ ਪਾਵਨ ਦਰਬਾਰ, ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਸਤਿਗੁਰਾਂ ਦੇ ਪਾਵਨ ਅਸਥਾਨ ਦੀ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਤੋਂ 5 ਬਾਣੀਆਂ ਦਾ ਨਿਤਨੇਮ ਹੋਇਆ। ਉਪਰੰਤ ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਹੋਇਆ। ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਸਤਿਗੁਰੂ ਜੀ ਨੇ
ਸੰਸਾਰ ਦੀ ਕਲਿਆਣ ਹਿੱਤ ਇਹ ਗੁਰਬਾਣੀ ਉਚਾਰਨ ਕੀਤੀ ਔਰ ਆਪ ਗੁਰਬਾਣੀ ਦੇ ਵਿੱਚ ਹੀ ਆਪਣੀ ਜੋਤ ਨੂੰ ਸੁਭਾਏਮਾਨ ਕੀਤਾ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਕੀਰਤਨ ਔਰ ਕਥਾ ਦੀ ਬਖਸ਼ਿਸ਼ ਮਹਾਰਾਜ ਸਾਹਿਬ ਜੀ ਨੇ ਕੀਤੀ। ਸੰਸਾਰ ਦੀ ਕਲਿਆਣ ਵਾਸਤੇ ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਆਪ ਤਰੈ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ ਜਾਏਗਾ। ਕੀਰਤਨ ਦੀ ਮਹਿਮਾ ਵਿੱਚ ਆਪ ਜੀ ਨੇ ਬੇਅੰਤੀ ਬਚਨ ਉਚਾਰਨ ਕੀਤੇ। ਹਰ ਕੀਰਤਨ ਸੁਣੈ, ਹਰ ਕੀਰਤਨ ਗਾਵੈ, ਤਿਸ ਜਨ ਦੁਖ ਨਿਕਟ ਨਹੀਂ ਆਵੈ। ਐਸਾ ਕੀਰਤਨ ਕਰ ਮਨ ਮੇਰੇ, ਈਹਾ ਊਹਾ ਜੋ ਕਾਮ ਤੇਰਾ। ਕਿ ਹੇ ਜੀਵ, ਇਸ ਤਰ੍ਹਾਂ ਦਾ ਪਰਮੇਸ਼ਰ ਦਾ ਕੀਰਤਨ ਕਰ ਜੋ ਇੱਥੇ ਉੱਥੇ ਲੋਕ ਪ੍ਰਲੋਕ ਸਭ ਥਾਵਾਂ ਤੇ ਤੇਰੇ ਕੰਮ ਆਉਣ ਵਾਲਾ ਹੈ। ਵੈਰ ਵਿਰੋਧ ਮਿਟਹਿ ਤਿਹ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣਤੇ। ਫਿਰ ਐਸਾ ਬਚਨ ਵੀ ਇਤਿਹਾਸ ਵਿੱਚ ਆਇਆ ਹੈ। ਮਹਾਰਾਜ ਕਹਿਣ ਲੱਗੇ, ਗੁਰੂ ਕੀ ਬਾਣੀ ਦਾ ਕੀਰਤਨ ਐਸਾ ਹੈ ਜਿਵੇਂ ਮੋਹਲੇ ਧਾਰ ਮੀਂਹ ਪੈਂਦਾ, ਜਿਵੇਂ ਜ਼ੋਰ ਦਾ ਛੜਾਕੇ ਦਾ ਮੀਂਹ ਪੈਂਦਾ ਹੈ ਤੇ ਉਹ ਸਾਰਾ ਕੱਖ ਕਾਣ ਰੋੜ ਕੇ ਲੈ ਜਾਂਦਾ। ਗਲੀਆਂ ਨਾਲੀਆਂ ਸਭ ਵਿਹੜੇ ਨੂੰ ਸਾਫ਼ ਕਰ ਦਿੰਦਾ। ਕੱਖ ਕਾਣ ਘੱਟਾ ਮਿੱਟੀ ਸਭ ਰੋੜ ਕੇ ਲੈ ਜਾਂਦਾ ਹੈ ਤੇ ਸਾਫ਼ ਕਰ ਦਿੰਦਾ ਹੈ ਸਭ ਥਾਂ। ਮਹਾਰਾਜ ਕਹਿੰਦੇ, ਕੋਈ ਭਾਵਨਾ ਦੇ ਨਾਲ ਗੁਰੂ ਕੀ ਬਾਣੀ ਦਾ ਕੀਰਤਨ ਕਰੇ, ਕੋਈ ਭਾਵਨਾ ਦੇ ਨਾਲ ਗੁਰੂ ਕੀ ਬਾਣੀ ਦਾ ਕੀਰਤਨ ਸੁਣੇ ਤੇ ਹਿਰਦੇ ਦੇ ਜਿੰਨੇ ਵੀ ਕੱਖ ਕਾਣ ਤੇ ਕੂੜਾ ਕਰਕਟ ਹੈ, ਵਕਾਰ ਔਗਣ ਹਨ, ਉਹ ਗੁਰੂ ਕੀ ਬਾਣੀ ਦਾ ਕੀਰਤਨ ਰੋੜ ਕੇ ਲੈ ਜਾਂਦਾ ਤੇ ਹਿਰਦੇ ਨੂੰ ਸਾਫ਼ ਕਰ ਦਿੰਦਾ। ਮਹਾਰਾਜ ਕਥਾ ਦੀ ਸੋਭਾ ਕੈਸੀ ਹੈ। ਸਤਿਗੁਰੂ ਕਹਿੰਦੇ, ਕਥਾ ਇਸ ਤਰ੍ਹਾਂ ਹੈ ਜਿਵੇਂ ਝੜੀ ਲਾ ਕੇ ਮੀਂਹ ਪੈਂਦਾ, ਜੋ ਲਗਾਤਾਰ ਪੈਂਦਾ ਹੈ, ਨਿੱਕੀ ਨਿੱਕੀ ਕਣੀ ਦਾ ਪੈਂਦਾ ਹੈ। ਸੁਣੋ ਮਹਾਨ ਕਥਾ ਕੋ ਫਲ ਹੈ, ਝੜੀ ਲਾਏ ਬਰਖਤ ਜਿਮ ਜਲ ਹੈ। ਉਹ ਨਿੱਕੀਆਂ ਨਿੱਕੀਆਂ ਬੂੰਦਾਂ ਫਿਰ ਧਰਤੀ ਦੇ ਵਿੱਚ ਹੀ ਸਮਾ ਜਾਂਦੀਆਂ ਹਨ। ਮਹਾਰਾਜ ਕਹਿਣ ਲੱਗੇ, ਗੁਰਬਾਣੀ ਦੀ ਕਥਾ ਦਾ ਐਸਾ ਮਹਾਤਮ ਹੈ। ਤੋ ਇਹ ਕਥਾ ਤੇ ਕੀਰਤਨ ਸਤਿਗੁਰੂ ਜੀ ਨੇ ਸੁਖ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ। ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਲੜੀਵਾਰ ਰੂਪ ਦੇ ਵਿੱਚ ਰਾਮਕਲੀ ਰਾਗ ਦੀ ਪਹਿਲੀ ਵਾਰ ਜੋ ਸਤਿਗੁਰੂ ਜੀ ਨੇ ਉਚਾਰਨ ਕੀਤੀ ਹੈ, ਜਿਸ ਵਿੱਚ ਪੌੜੀਆਂ ਸਾਰੀਆਂ ਤੀਜੇ ਪਾਤਸ਼ਾਹ ਜੀ ਦੀਆਂ ਹਨ, ਕਿਉਂਕਿ ਆਰੰਭ ਦੇ ਵਿੱਚ ਸ਼ਲੋਕ ਮਹੱਲਾ ਤੀਜਾ ਆਇਆ ਔਰ ਇਸ ਰਾਮਕਲੀ ਦੀ ਪਹਿਲੀ ਵਾਰ ਦੀਆਂ 21 ਪੌੜੀਆਂ ਹਨ। ਫਿਰ ਇਸ ਵਿੱਚ ਰਹਾਉ ਦੀ ਤੁਕ ਆਈ ਹੈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਰਹਾਉ ਇਹ ਜੋ ਪਹਿਲੀ ਪੌੜੀ ਹੈ ਉਹਦੇ ਅਖੀਰ ਤੇ ਇਹ ਪਵਿੱਤਰ ਪੰਕਤੀ ਆਈ ਹੈ। ਔਰ 22 ਵਾਰਾਂ ਦੇ ਵਿੱਚੋਂ ਇੱਕੋ ਇਹ ਵਾਰ ਹੈ ਜਿਸ ਦੇ ਵਿੱਚ ਰਹਾਉ ਮਹਾਰਾਜ ਨੇ ਉਚਾਰਨ ਕੀਤਾ। ਬਾਕੀ ਕਿਸੇ ਵੀ ਵਾਰ ਦੇ ਵਿੱਚ ਰਹਾਉ ਨਹੀਂ ਉਚਾਰਿਆ। ਔਰ ਇਹ ਪੰਕਤੀ ਦੀ ਆਗਿਆ ਕੀਤੀ ਗੁਰੂ ਸਾਹਿਬ ਜੀ ਨੇ ਵੀ ਹਰੇਕ ਪੌੜੀ ਦੇ ਨਾਲ ਇਹ ਪੰਕਤੀ ਪੜ੍ਹਨੀ ਹੈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਔਰ ਚਾਲ ਵੀ ਤਾਂ ਹੀ ਬਣਦੀ ਹੈ। ਇਹ ਪੰਜ ਤੁਕਾਂ ਦੀਆਂ ਇਹ ਪੌੜੀਆਂ ਹਨ ਸਾਰੀਆਂ 21 ਦੀਆਂ 21, ਤੇ ਇਹ 6ਵੀਂ ਤੁਕ ਨਾਲ ਪੜ੍ਹੀਏ ਤੇ ਫਿਰ 6 ਤੁਕਾਂ ਪੂਰੀਆਂ ਹੁੰਦੀਆਂ ਹਨ, ਤੁਕਾਂਤ ਪੂਰਾ ਹੁੰਦਾ ਹੈ। ਜੋ ਜੋਧਾ ਵੀਰ ਹੈ ਪੂਰਬਾਣੀ ਦੇ ਜਸ ਦੀ ਪੌੜੀ ਹੈ ਉਹ 6 ਤੁਕਾਂ ਵਾਲੀ ਹੈ। ਆਰੰਭ ਵਿੱਚ ਮਹਾਰਾਜ ਸਾਹਿਬ ਜੀ ਨੇ ਧੁਨੀ ਜੋਧਾ ਵੀਰ ਹੈ ਪੂਰਬਾਣੀ ਕੀ ਧੁਨੀ ਦਿੱਤੀ ਹੈ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਸੂਰਮਿਆਂ ਦੀ ਜਸ ਦੀ ਵਾਰ ਜੋ ਪੌੜੀ ਗਾਈ ਜਾਂਦੀ ਹੈ 6 ਤੁਕਾਂ ਵਾਲੀ, ਉਸੇ ਪੌੜੀ ਦੇ ਲਿਹਾਜ਼ ਦੇ ਨਾਲ ਉਸੇ ਤਰੀਕੇ ਦੇ ਨਾਲ ਉਸ ਧੁਨ ਦੇ ਦੁਆਰਾ ਇਹ ਰਾਮਕਲੀ ਦੀ ਵਾਰ ਦੀਆਂ ਸਾਰੀਆਂ ਪੌੜੀਆਂ ਗਾਇਨ ਕਰਨੀਆਂ ਹਨ। ਤਾਂ ਉਸ ਦੀਆਂ 6 ਤੁਕਾਂ ਹਨ। ਇਸ ਕਰਕੇ
ਇਹ ਪੰਕਤੀ ਨਾਲ ਪੜ੍ਹੀ ਜਾਵੇ ਤਾਂ ਹੀ 6 ਤੁਕਾਂ ਪੂਰੀਆਂ ਹੁੰਦੀਆਂ। ਨਾਲੇ ਜਿਹੜੀ ਇਹ ਪੰਜਵੀਂ ਪੰਕਤੀ ਹੈ ਹਰੇਕ ਪੌੜੀ ਦੀ, ਉਹਦੀ ਬਣਤਰ ਵੀ ਪੂਰੀ ਉਹਦੇ ਨਾਲ ਮਿਲਦੀ ਹੈ। ਪਹਿਲੀਆਂ ਪੰਕਤੀਆਂ ਜਿਹੜੀਆਂ ਹਨ ਉਹਨਾਂ ਦੀ ਬਣਤਰ ਵੱਖਰੀ ਹੈ, ਪਰ ਜਿਸ ਵੇਲੇ ਇਹ ਪੰਜਵੀਂ ਪੰਕਤੀ ਆਉਂਦੀ ਹੈ ਤਾਂ ਉੱਥੇ ਫਿਰ ਉਸ ਤਰੀਕੇ ਦੇ ਨਾਲ ਮਹਾਰਾਜ ਸਾਹਿਬ ਜੀ ਪੰਕਤੀ ਉਚਾਰਨ ਕਰਦੇ ਹਨ। ਜਿਵੇਂ 14ਵੀਂ ਪੌੜੀ ਸਮਾਪਤ ਹੋਈ ਤਾਂ ਉਹਦੇ ਅਖੀਰਲੀ ਪੰਕਤੀ ਆਈ ਸੀ, ਸਭ ਕਿਛ ਆਪੇ ਆਪ ਹੈ, ਆਪੇ ਦੇ ਵਡਿਆਈ। ਹੁਣ ਵਡਿਆਈ ਆ ਗਿਆ, ਇਹਦੇ ਨਾਲ ਫਿਰ ਉਹ ਪੰਕਤੀ ਮਿਲਦੀ ਹੈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਨਹੀਂ ਤੇ ਇਹਦੇ ਤੋਂ ਪਹਿਲੀਆਂ ਜਿੰਨੀਆਂ ਪੰਕਤੀਆਂ ਹਨ ਉਹਨਾਂ ਦਾ ਤੁਕਾਂਤ ਨਹੀਂ ਮਿਲਦਾ, ਪਰ ਇਹ ਜਿਹੜੀ ਅਖੀਰਲੀ ਪੰਕਤੀ ਮਹਾਰਾਜ ਸਾਹਿਬ ਜੀ ਨੇ ਇਸ ਤਰੀਕੇ ਨਾਲ ਉਚਾਰਨ ਕੀਤੀ ਹੈ, ਇਹਦੇ ਨਾਲ ਫਿਰ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਇਹ ਪੜ੍ਹੀਏ ਤੇ ਤਾਂ ਹੀ ਫਿਰ ਇਹ ਤੁਕਾਂਤ ਪੂਰਾ ਹੁੰਦਾ ਹੈ। ਤੋ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ ਪਿਛੇ 14 ਪੌੜੀਆਂ ਸ਼ਲੋਕਾਂ ਦੇ ਸਹਿਤ ਵਿਚਾਰ ਹੋਈ ਹੈ। ਅੱਜ 15ਵੀਂ ਪੌੜੀ ਜਿਸ ਦੇ ਨਾਲ ਸਤਿਗੁਰੂ ਜੀ ਦੇ ਉਚਾਰਨ ਕੀਤੇ ਹੋਏ ਸ਼ਲੋਕ ਹਨ। ਜਿਵੇਂ ਗਰੀਬ ਨਿਵਾਜ ਸਾਹਿਬ ਸਤਿਗੁਰੂ ਜੀ ਕਿਰਪਾ ਕਰਦੇ ਹਨ, ਮਹਾਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ, ਸ਼ਰਧਾ ਭਾਵਨਾ ਸਹਿਤ ਅਦਬ ਸਤਿਕਾਰ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਦੂਜਾ। ਦੂਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਆਪਣੀ ਪਵਿੱਤਰ ਰਸਨਾ ਤੋਂ ਉਚਾਰਨ ਕਰਦੇ ਹਨ। ਜਿਨ੍ਹਾਂ ਸਤਿਗੁਰਾਂ ਦਾ ਪ੍ਰਕਾਸ਼ ਮਾਲਵੇ ਦੀ ਧਰਤੀ ਤੇ ਹੋਇਆ ਸਾਧ ਸੰਗਤ ਜੀ। ਧੰਨ ਧੰਨ ਪਿਤਾ ਸਤਿਕਾਰਯੋਗ ਬਾਬਾ ਫੇਰੂ ਮੱਲ ਜੀ, ਧੰਨ ਧੰਨ ਮਾਤਾ ਦਇਆ ਕੌਰ ਜੀ। ਤਿਨਾਂ ਦੇ ਗ੍ਰਹਿ ਵਿਖੇ ਗਰੀਬ ਨਿਵਾਜ ਸਤਿਗੁਰੂ 1561 ਬਿਕਰਮੀ ਸੰਮਤ ਨੂੰ ਮੱਤੇ ਦੀ ਸਰਾਂ ਨਗਰ, ਜਿਸ ਨੂੰ ਸਰਾਏ ਨਾਂਗਾ ਵੀ ਕਿਹਾ ਜਾਂਦਾ ਹੈ, ਜੋ ਅੱਜ ਕੱਲ੍ਹ ਸ੍ਰੀ ਮੁਕਤਸਰ ਸਾਹਿਬ ਦੇ ਨੇੜੇ ਇਹ ਨਗਰ ਪੈਂਦਾ ਹੈ। ਭਾਵੇਂ ਸ੍ਰੀ ਮੁਕਤਸਰ ਸਾਹਿਬ ਬਾਅਦ ਵਿੱਚ ਵਸਿਆ ਹੈ, ਪਹਿਲਾਂ ਉਸ ਸਥਾਨ ਨੂੰ ਖਦਰਾਣੇ ਦੀ ਢਾਬ ਕਿਹਾ ਜਾਂਦਾ ਸੀ, ਸ੍ਰੀ ਮੁਕਤਸਰ ਸਾਹਿਬ ਵਾਲੇ ਸਥਾਨ ਨੂੰ। ਇਹ ਬਾਅਦ ਵਿੱਚ ਸ੍ਰੀ ਮੁਕਤਸਰ ਸਾਹਿਬ ਦਸਮ ਪਾਤਸ਼ਾਹ ਜੀ ਦੇ ਬਚਨਾਂ ਦੇ ਨਾਲ ਸ੍ਰੀ ਮੁਕਤਸਰ ਸਾਹਿਬ ਇਸ ਦਾ ਨਾਮ ਹੋਇਆ। ਉਸ ਇਲਾਕੇ ਦੇ ਵਿੱਚ, ਮਾਲਵੇ ਦੇ ਇਲਾਕੇ ਦੇ ਵਿੱਚ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਨਗਰ ਹੈ, ਜਿਸ ਨਗਰ ਦਾ ਨਾਮ ਹੈ ਮੱਤੇ ਦੀ ਸਰਾਂ। ਗਰੀਬ ਨਿਵਾਜ ਦੂਸਰੇ ਪਾਤਸ਼ਾਹ ਨੇ ਉਸ ਨਗਰ ਦੇ ਵਿੱਚ ਪ੍ਰਕਾਸ਼ ਧਾਰਿਆ। ਕੁਝ ਸਮਾਂ ਮਹਾਰਾਜ ਸਾਹਿਬ ਉੱਥੇ ਹੀ ਰਹੇ। ਫਿਰ ਉਹ ਨਗਰ ਬੜੋਚਾਂ ਦੀ ਧਾੜ ਪੈਣ ਦੇ ਨਾਲ ਉਜੜਿਆ। ਉੱਥੇ ਧਾੜ ਨੇ ਹਮਲਾ ਕੀਤਾ ਕਿ ਉਹ ਨਗਰ ਵਾਲੇ ਲੋਕ ਉੱਥੋਂ ਉਜੜ ਕੇ ਹੋਰ ਥਾਂ ਤੇ ਜਾ ਕੇ ਵਸੇ। ਤਾਂ ਆਪ ਜੀ ਪਰਿਵਾਰ ਸਮੇਤ, ਪਿਤਾ ਬਾਬਾ ਫੇਰੂ ਮੱਲ ਜੀ ਦੇ ਸਮੇਤ ਹਰੀਕੇ ਨਗਰ ਜਾ ਕਰਕੇ ਆਪ ਜੀ ਨੇ ਵਸਣਾ ਕੀਤਾ। ਫਿਰ ਹਰੀਕੇ ਨਗਰ ਤੋਂ ਆਪ ਜੀ ਆਪਣੇ ਪਿਤਾ ਜੀ ਦੇ ਸਮੇਤ ਖਡੂਰ ਸਾਹਿਬ ਨਗਰ ਦੇ ਵਿੱਚ ਆ ਕਰਕੇ ਵਸੇ। ਔਰ ਇੱਥੇ ਖਡੂਰ ਸਾਹਿਬ ਦੇ ਵਿੱਚ ਰਹਿੰਦਿਆਂ ਹੋਇਆਂ ਆਪ ਜੀ ਦਾ ਆਨੰਦ ਕਾਰਜ ਹੋਇਆ ਸੰਗਰ ਪਿੰਡ ਦੇ ਵਿੱਚ, ਜਿਸ ਨੂੰ ਸੰਗਰ ਕੋਟ ਵੀ ਕਹਿ ਦਿੰਦੇ ਹਨ। ਇਹ ਖਡੂਰ ਸਾਹਿਬ ਦੇ ਨੇੜੇ ਹੀ ਪੈਂਦਾ ਹੈ। ਜਦੋਂ ਨਾਗੋਕਿਆਂ ਵੱਲ ਨੂੰ ਜਾਈਏ ਤਾਂ ਉਧਰਲੇ ਪਾਸੇ ਇਹ ਨਗਰ ਪੈਂਦਾ ਹੈ। ਸਤਿਕਾਰਯੋਗ ਮਾਤਾ ਖੀਵੀ ਜੀ ਦੇ ਨਾਲ ਆਪ ਜੀ ਦਾ ਆਨੰਦ ਕਾਰਜ ਹੋਇਆ, ਵਿਆਹ ਹੋਇਆ। ਆਪ ਜੀ ਦਾ ਪਹਿਲਾ ਨਾਮ ਬਾਬਾ ਲਹਿਣਾ ਜੀ ਹੈ, ਜੋ ਮਾਤਾ ਪਿਤਾ ਨੇ ਆਪ ਜੀ ਦਾ ਨਾਮ ਰੱਖਿਆ। ਆਪ ਜੀ ਦੇ ਸਤਿਕਾਰਯੋਗ ਪਿਤਾ ਜੀ ਬਾਬਾ ਫੇਰੂ ਮੱਲ ਜੀ, ਜੋ ਖਡੂਰ ਸਾਹਿਬ ਦੇ ਵਿੱਚ ਰਹਿੰਦਿਆਂ ਹੋਇਆਂ ਦੇਵੀ ਦੀ ਯਾਤਰਾ ਨੂੰ ਜਾਇਆ ਕਰਦੇ ਸਨ। ਖਹਿਰਿਆਂ ਜੱਟਾਂ ਨੇ ਵੀ ਨਾਲ ਜਾਣਾ
ਤੇ ਬਾਬਾ ਫੇਰੂ ਮਲ ਜੀ ਨੇ ਅਗਵਾਈ ਕਰਨੀ। ਜੇ ਇਸ ਸਾਲ ਸਤਿਕਾਰਯੋਗ ਮਹਾਰਾਜ ਦੇ ਪਿਤਾ ਜੀ ਬਾਬਾ ਫੇਰੂ ਮਲ ਜੀ ਸਰੀਰ ਤਿਆਗਦੇ ਹਨ, ਚੜ੍ਹਾਈ ਕਰ ਜਾਂਦੇ ਆ, ਅਕਾਲ ਚਲਾਣਾ ਕਰ ਜਾਂਦੇ ਆ। ਉਹਨਾਂ ਦੇ ਅਕਾਲ ਚਲਾਣਾ ਕਰਨ ਤੋਂ ਸਾਰਿਆਂ ਸੰਗੀਆਂ ਨੇ ਬਾਬਾ ਲਹਿਣਾ ਜੀ ਨੂੰ ਆਖਿਆ, ਅੱਗੇ ਤੇ ਆਪ ਜੀ ਦੇ ਪਿਤਾ ਜੀ ਜਾਂਦੇ ਸਨ ਸਾਡੇ ਅਗਵਾਈ ਕਰਕੇ, ਸਾਨੂੰ ਦੇਵੀ ਦੀ ਯਾਤਰਾ ਕਰਾ ਕੇ ਲਿਆਉਂਦੇ ਸਨ। ਹੁਣ ਉਹਨਾਂ ਦੇ ਥਾਂ ਤੇ ਤੁਸੀਂ ਸਾਡੇ ਆਗੂ ਬਣ ਕੇ ਸਾਨੂੰ ਯਾਤਰਾ ਤੇ ਲੈ ਕੇ ਚੱਲੋ। ਆਪ ਜੀ ਨੇ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਸੋਭਾ ਸੁਣੀ, ਗੁਰੂ ਜੀ ਦੀ ਵਡਿਆਈ ਸੁਣੀ ਸੀ। ਮਹਾਰਾਜ ਦੇ ਪਿਆਰੇ ਸਿੱਖ ਭਾਈ ਜੋਧ ਜੀ ਦੇ ਪਾਸੋਂ, ਜੋ ਖਡੂਰ ਸਾਹਿਬ ਜੀ ਦੇ ਰਹਿਣ ਵਾਲੇ ਸਨ, ਭਾਈ ਜੋਧ ਜੀ, ਉਹਨਾਂ ਤੋਂ ਆਸਾ ਕੀ ਵਾਰ ਦੀ ਇੱਕ ਪੌੜੀ ਸਰਵਣ ਕੀਤੀ। ਪੁੱਛਿਆ ਸੀ ਕਿ ਸਿੱਖਾ ਇਹ ਬਾਣੀ ਕਿਹਨਾਂ ਦੀ ਹੈ? ਤਾਂ ਉਸ ਸਿੱਖ ਨੇ ਆਖਿਆ ਕਿ ਇਹ ਬਾਣੀ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਹੈ। ਆਖਿਆ ਉਹਨਾਂ ਸਤਿਗੁਰਾਂ ਦੇ ਦਰਸ਼ਨ ਹੋ ਸਕਦੇ ਆ? ਉਸ ਸਿੱਖ ਨੇ ਆਖਿਆ ਹਾਂ ਸਤਿਗੁਰੂ ਜੀ ਅੱਜ ਕੱਲ੍ਹ ਸ੍ਰੀ ਕਰਤਾਰਪੁਰ ਸਾਹਿਬ ਨਗਰ ਦੇ ਵਿੱਚ ਰਹਿੰਦੇ। ਪੁੱਛਿਆ ਉਹ ਨਗਰ ਕਿੱਥੇ ਹੈ? ਦੱਸਿਆ ਜੀ ਉਹ ਰਾਵੀ ਦੇ ਕੰਢੇ ਤੇ ਮਹਾਰਾਜ ਨੇ ਕਰਤਾਰਪੁਰ ਨਗਰ ਵਸਾਇਆ ਹੈ ਤੇ ਉੱਥੇ ਸਤਿਗੁਰੂ ਜੀ ਧਰਮਸ਼ਾਲਾ ਦੇ ਵਿੱਚ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ, ਆਪਣੇ ਪਵਿੱਤਰ ਦਰਸ਼ਨ ਬਖਸ਼ ਕੇ ਨਿਹਾਲ ਕਰਦੇ ਹਨ। ਇਸੇ ਤਰ੍ਹਾਂ ਇੱਕ ਹੋਰ ਸਿੱਖ ਦਾ ਸੰਗ ਵੀ ਆਪ ਜੀ ਨੂੰ ਪ੍ਰਾਪਤ ਹੋਇਆ ਸੀ। ਮਹਾਰਾਜ ਜੀ ਦੀ ਮਹਿਮਾ ਸੁਣੀ ਤੇ ਜਦੋਂ ਬਾਕੀ ਸੰਗੀਆਂ ਨੇ ਆਖਿਆ ਕਿ ਪਿਤਾ ਜੀ ਦੇ ਥਾਂ ਤੇ ਹੁਣ ਤੁਸੀਂ ਸਾਡੇ ਆਗੂ ਬਣ ਕੇ ਚੱਲੋ, ਤਾਂ ਪਹਿਲੀ ਵਾਰੀ ਚੱਲੇ ਸਨ ਪਿਤਾ ਜੀ ਦੇ ਥਾਂ ਤੇ। ਉਹਨਾਂ ਨੂੰ ਆਖਿਆ ਵੀ ਮੈਂ ਤੁਹਾਡਾ ਆਗੂ ਤਾਂ ਬਣ ਜਾਂਦਾ ਹਾਂ, ਪਰ ਆਪਾਂ ਚੱਲਾਂਗੇ ਕਰਤਾਰਪੁਰ ਸਾਹਿਬ ਥਾਣੀ, ਪਹਿਲਾਂ ਕਰਾਂਗੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਤੇ ਫਿਰ ਉਹਦੇ ਤੋਂ ਅੱਗੇ ਯਾਤਰਾ ਨੂੰ ਚਲੇ ਚੱਲਾਂਗੇ। ਉਹਨਾਂ ਨੇ ਆਖਿਆ ਜੀ ਠੀਕ ਹੈ, ਸਾਨੂੰ ਪ੍ਰਵਾਨ ਹੈ, ਤੁਸੀਂ ਸ੍ਰੀ ਕਰਤਾਰਪੁਰ ਸਾਹਿਬ ਥਾਣੀ ਲੈ ਕੇ ਚੱਲੋ। ਪਿਤਾ ਜੀ ਦੇ ਚੜ੍ਹਾਈ ਕਰਨ ਤੋਂ ਪਹਿਲੀ ਵਾਰੀ ਚੱਲੇ ਸਨ ਉਹ ਦੇਵੀ ਦੇ ਉਪਾਸਕਾਂ ਦੇ ਆਗੂ ਬਣ ਕੇ। ਆਪ ਜੀ ਘੋੜੀ ਤੇ ਸਵਾਰ ਹੋਏ, ਬਾਕੀ ਸਾਰੇ ਸੰਗੀ ਸਾਥੀ ਜਿਹੜੇ ਸਨ ਦੇਵੀ ਦੇ ਉਪਾਸਕ ਉਹ ਸਾਰੇ ਪੈਦਲ ਸੀ, ਕਿਉਂਕਿ ਆਪਣੇ ਜਥੇਦਾਰ ਦਾ ਸਾਰੇ ਸਤਿਕਾਰ ਕਰਕੇ ਉਹਨਾਂ ਨੂੰ ਘੋੜੀ ਦੀ ਸਵਾਰੀ ਕਰਾਉਂਦੇ ਸਨ। ਹੁਣ ਬਾਬਾ ਲਹਿਣਾ ਜੀ ਘੋੜੀ ਤੇ ਸਵਾਰ ਆ, 28 ਸਾਲ ਜੀ ਆਪ ਜੀ ਦੀ ਸਰੀਰ ਕਾਰਬਲਾ ਹੈ ਤੇ ਆਪ ਜੀ ਚੱਲੇ ਆ। ਖਡੂਰ ਸਾਹਿਬ ਤੋਂ ਚੱਲਦਿਆਂ ਹੋਇਆਂ, ਭਾਵੇਂ ਉਦੋਂ ਖਡੂਰ ਸਾਹਿਬ ਦਾ ਨਾਮ ਕੱਲਾ ਖਡੂਰ ਹੀ ਸੀ, ਕੋਈ ਖਡੂਰ ਸਾਹਿਬ ਨਹੀਂ ਸੀ ਕਹਿੰਦਾ, ਕੱਲਾ ਖਡੂਰ ਸੀ ਉਦੋਂ ਨਾਮ। ਤਾਂ ਚੱਲਦਿਆਂ ਹੋਇਆਂ ਸ੍ਰੀ ਕਰਤਾਰਪੁਰ ਸਾਹਿਬ ਨਗਰ ਦੇ ਬਾਹਰ-ਬਾਹਰ ਪਹੁੰਚਦੇ। ਅਗਲੇ ਪਾਸਿਓਂ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਅੰਤਰਜਾਮੀ ਜਾਣਦੇ ਆ ਵੀ ਸਾਡੇ ਤਖਤ ਦਾ ਮਾਲਕ ਆ ਰਿਹਾ, ਸਾਡੇ ਤਖਤ ਦਾ ਵਾਰਸ ਆ ਰਿਹਾ। ਧਰਮਸ਼ਾਲਾ ਵਿੱਚੋਂ ਉੱਠ ਕਰਕੇ ਤੇ ਨਗਰ ਤੋਂ ਬਾਹਰ-ਬਾਹਰ ਆ ਜਾਂਦੇ ਅਗਲਵਾਂਢੀ। ਇੱਧਰੋਂ ਸਾਰੇ ਸੰਗੀਆਂ ਨੂੰ ਨਾਲ ਲੈ ਕੇ ਬਾਬਾ ਲਹਿਣਾ ਜੀ ਪਹੁੰਚ ਜਾਂਦੇ। ਨਗਰ ਦੇ ਬਾਹਰ-ਬਾਹਰ ਮਹਾਰਾਜ ਸਾਹਿਬ ਜੀ ਦੇ ਨਾਲ ਮਿਲਾਪ ਹੁੰਦਾ। ਇਹ ਪਹਿਲਾ ਮਿਲਾਪ ਸੀ ਬਾਬਾ ਲਹਿਣਾ ਜੀ ਦਾ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ। 63 ਸਾਲ ਦੀ ਸਰੀਰ ਕਾਰਬਲਾ ਸੀ ਲਗਭਗ ਜਗਤ ਗੁਰੂ ਪਹਿਲੇ ਪਾਤਸ਼ਾਹ ਜੀ ਦੀ, ਤੇ 28 ਸਾਲ ਦੀ ਸਰੀਰ ਕਾਰਬਲਾ ਸੀ ਪਰਮ ਪਵਿੱਤਰ ਬਾਬਾ ਲਹਿਣਾ ਜੀ ਦੀ। ਬਾਬਾ ਲਹਿਣਾ ਜੀ ਘੋੜੀ ਤੇ ਸਵਾਰ ਵਾ, ਸਤਿਗੁਰੂ ਪੈਦਲ ਹਨ। ਪਹਿਲੀ ਵਾਰੀ ਦਰਸ਼ਨ ਕੀਤੇ, ਨਹੀਂ ਸੀ ਅੱਗੇ ਕਦੀ ਦਰਸ਼ਨ ਹੋਏ। ਸੋਭਾ ਸੁਣੀ ਸੀ, ਮਹਿਮਾ ਸੁਣੀ ਸੀ ਜਗਤ ਗੁਰੂ ਜੀ ਦੀ, ਬਾਣੀ ਸੁਣੀ ਸੀ ਸਿੱਖ ਦੇ ਪਾਸੋਂ। ਤਾਂ ਮਹਾਰਾਜ ਸਾਹਿਬ ਜੀ ਦੇ ਪਾਸੋਂ ਹੀ ਪੁੱਛਿਆ ਕਿ ਅਸੀਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਦਰਸ਼ਨ ਕਰਨੇ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਘਰ ਕਿੱਥੇ ਹੈ? ਸਤਿਗੁਰਾਂ ਦੀ ਧਰਮਸ਼ਾਲਾ ਕਿੱਥੇ ਹੈ? ਤੇ ਜਿਨ੍ਹਾਂ ਨੂੰ ਪੁੱਛ ਰਹੇ ਆ ਉਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਹਨ। ਬਾਬਾ ਲਹਿਣਾ ਜੀ ਘੋੜੀ ਤੇ ਸਵਾਰ ਆ, ਪੁੱਛ ਰਹੇ ਆ
ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਘਰ ਕਿੱਥੇ ਹੈ, ਉਹਨਾਂ ਦੇ ਘਰੇ ਜਾਣਾ ਹੈ, ਸਤਿਗੁਰਾਂ ਦੇ ਦਰਸ਼ਨ ਕਰਨੇ ਉਹਨਾਂ ਦੀ ਧਰਮਸ਼ਾਲਾ ਵਿੱਚ ਜਾ ਕੇ। ਤੇ ਮਹਾਰਾਜ ਕਹਿੰਦੇ ਆ ਕਿ ਪੁਰਖਾ ਆ ਤੈਨੂੰ ਮੈਂ ਧਰਮਸ਼ਾਲਾ ਲੈ ਚੱਲਦਾ, ਤੂੰ ਮੇਰੇ ਪਿੱਛੇ ਪਿੱਛੇ ਤੁਰਿਆ, ਤੈਨੂੰ ਮੈਂ ਧਰਮਸ਼ਾਲਾ ਛੱਡ ਦਿੰਦਾ। ਘੋੜੀ ਦੀਆਂ ਵਾਗਾਂ ਮਹਾਰਾਜ ਫੜ ਲੈਂਦੇ ਆ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ, ਬਾਬਾ ਲਹਿਣਾ ਜੀ ਘੋੜੀ ਤੇ ਅਸਵਾਰ ਵਾ, ਤੇ ਸਤਿਗੁਰੂ ਜੀ ਘੋੜੀ ਦੀਆਂ ਵਾਗਾਂ ਫੜ ਕੇ ਧਰਮਸ਼ਾਲਾ ਵੱਲ ਨੂੰ ਲਈ ਜਾਂਦੇ। ਕਰਤਾਰਪੁਰ ਸਾਹਿਬ ਦੀ ਧਰਮਸ਼ਾਲਾ ਵਿੱਚ ਲਿਜਾ ਕੇ ਕਹਿੰਦੇ ਆ ਉਹ ਸਾਹਮਣੇ ਲੱਕੜ ਦੇ ਨਾਲ ਘੋੜੀ ਬੰਨ੍ਹਦੇ, ਉਹ ਸਾਹਮਣੇ ਖੂਹ ਤੋਂ ਜਲ ਵਰਤ ਲਾ, ਤੇ 5 ਇਸ਼ਨਾਨਾਂ ਕਰਕੇ ਜਲ ਵਰਤ ਕੇ ਹੱਥ ਪੈਰ ਧੋ ਕੇ ਉਹ ਸਾਹਮਣੇ ਦਰਵਾਜ਼ਿਓਂ ਧਰਮਸ਼ਾਲਾ ਵਿੱਚ ਅੰਦਰ ਚਲੇ ਜਾਓ। ਬਾਕੀ ਸਾਰੇ ਸੰਗੀ ਵੀ ਇਸੇ ਤਰ੍ਹਾਂ ਜਲ ਵਰਤਣ ਲੱਗੇ, ਨਾਲ ਗਏ। ਬਾਬਾ ਲਹਿਣਾ ਜੀ ਘੋੜੀ ਬੰਨ੍ਹ ਕੇ ਜਲ ਵਰਤਣ ਲੱਗੇ, ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜੋ ਧਰਮਸ਼ਾਲਾ ਦਾ ਛੋਟਾ ਦਰਵਾਜ਼ਾ ਸੀ, ਉਧਰ ਦੀ ਮਹਾਰਾਜ ਅੰਦਰ ਆ ਕੇ ਤੇ ਆਪਣੇ ਆਸਣ ਦੇ ਉੱਤੇ ਚੌਂਕੜਾ ਲਾ ਕੇ ਬੈਠ ਜਾਂਦੇ। ਜਲ ਵਰਤ ਕੇ ਬਾਬਾ ਲਹਿਣਾ ਜੀ ਅੰਦਰ ਆਉਂਦੇ ਆ, ਵੱਡੇ ਦਰਵਾਜ਼ੇ ਥਾਣੀ ਸਾਹਮਣੇ ਵੇਖਦੇ ਸਤਿਗੁਰੂ ਜੀ ਸੋਭਨੀਕ ਹੋ ਰਹੇ ਆ ਕੇ ਮੱਥਾ ਟੇਕਦੇ, ਨਮਸਕਾਰ ਕਰਦੇ ਆ। ਜਦੋਂ ਨਮਸਕਾਰ ਕਰਦੇ ਹਨ ਹੈਰਾਨ ਹੋ ਜਾਂਦੇ ਆ, ਵਿਸਮਾਦ ਹੋ ਜਾਂਦੇ ਆ, ਅਸਚਰਜ ਹੋ ਜਾਂਦੇ ਆ ਵੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਇਹ ਤਾਂ ਉਹੀ ਹੈ ਜਿਹੜੇ ਮੈਨੂੰ ਰਾਹ ਦੱਸਦੇ ਆਏ, ਇਹ ਤਾਂ ਉਹੀ ਸਤਿਗੁਰੂ ਜਿਹੜੇ ਮੇਰੀ ਘੋੜੀ ਦੀਆਂ ਵਾਗਾਂ ਫੜ ਕੇ ਅੱਗੇ ਅੱਗੇ ਤੁਰ ਕੇ ਆਏ ਆ, ਤੇ ਮੈਂ ਘੋੜੀ ਤੇ ਸਵਾਰ ਹੋ ਕੇ ਆਇਆ, ਮੈਨੂੰ ਰਾਹ ਦੱਸਣ ਵਾਲੇ ਹੀ ਸਤਿਗੁਰੂ। ਫਿਰ ਨਮਸਕਾਰ ਕਰਕੇ ਮਾਫੀ ਮੰਗੀ, ਆਖਿਆ ਸਤਿਗੁਰੂ ਜੀ ਮੈਂ ਪਹਿਲੀ ਵਾਰੀ ਆਇਆ ਕਰਤਾਰਪੁਰ ਸਾਹਿਬ, ਪਹਿਲੀ ਵਾਰੀ ਆਪ ਜੀ ਦੇ ਦਰਸ਼ਨ ਕੀਤੇ ਆ, ਮੈਨੂੰ ਪਤਾ ਨਹੀਂ ਸੀ ਕਿ ਆਪ ਹੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹੋ। ਹੇ ਗਰੀਬ ਨਵਾਜ਼, ਜੇ ਪਤਾ ਹੁੰਦਾ ਤੇ ਉਸੇ ਵੇਲੇ ਹੀ ਘੋੜੀ ਤੋਂ ਥੱਲੇ ਉਤਰ ਕੇ ਆਪ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਨਮਸਕਾਰ ਕਰਦਾ। ਮੈਨੂੰ ਪਤਾ ਨਹੀਂ ਸੀ, ਮੈਂ ਭੁੱਲ ਗਿਆ, ਮਹਾਰਾਜ ਮੈਨੂੰ ਖਿਮਾ ਕਰ ਦਿਓ, ਮੈਨੂੰ ਮਾਫੀ ਦੇ ਦਿਓ। ਮਹਾਰਾਜ ਮੁਸਕਰਾਏ। ਜਗਤ ਗੁਰੂ ਜੀ ਕਹਿਣ ਲੱਗੇ ਪੁਰਖਾ ਤੇਰਾ ਨਾਂ ਕੀ ਹੈ, ਤੂੰ ਆਇਆ ਕਿੱਥੋਂ ਹੈ? ਆਖਿਆ ਜੀ ਮੈਂ ਖਡੂਰ ਨਗਰ ਤੋਂ ਆਇਆ ਹਾਂ, ਕਿਉਂਕਿ ਉਦੋਂ ਕੱਲਾ ਖਡੂਰ ਹੀ ਕਹਿੰਦੇ ਸਨ। ਇਹ ਤਾਂ ਫਿਰ ਜਦੋਂ ਮਹਾਰਾਜ ਦੂਜੇ ਪਾਤਸ਼ਾਹ ਗੁਰਤਾ ਗੱਦੀ ਦੇ ਮਾਲਕ ਬਣ ਕੇ ਆ ਕੇ ਚਰਨ ਪਾਏ ਖਡੂਰ ਨਗਰ ਦੇ ਵਿੱਚ, ਫੇਰ ਵਸਾਇਆ, ਫੇਰ ਆਣ ਸਤਿਗੁਰ ਖਾਡੂਰ, ਫਿਰ ਸੰਗਤਾਂ ਗੁਰਸਿੱਖ ਭਾਵਨਾ ਨਾਲ ਖਡੂਰ ਸਾਹਿਬ ਕਹਿਣ ਲੱਗੇ। ਜਿਵੇਂ ਬਾਬਾ ਬਕਾਲਾ ਸਾਹਿਬ ਦਾ ਪਹਿਲਾ ਨਾਮ ਕੱਲਾ ਬਕਾਲਾ ਹੀ ਸੀ, ਜਦੋਂ 8ਵੇਂ ਪਾਤਸ਼ਾਹ ਨੇ ਆਖਿਆ ਨਾ ਬਾਬਾ ਬਕਾਲੇ, ਤੇ ਉਸ ਮੌਕੇ ਤੇ ਫਿਰ ਸੰਗਤਾਂ ਸ੍ਰੀ ਬਾਬਾ ਬਕਾਲਾ ਸਾਹਿਬ ਕਹਿਣ ਲੱਗੀਆਂ। ਆਖਿਆ ਜੀ ਖਡੂਰ ਨਗਰ ਤੋਂ ਆਇਆ ਹਾਂ, ਭਾਈ ਤੇਰਾ ਨਾਂ ਕੀ ਹੈ? ਪੁਰਖਾ ਤੇਰਾ ਨਾਂ ਕੀ ਹੈ? ਮਹਾਰਾਜ ਮੇਰਾ ਨਾਂ ਲਹਿਣਾ ਹੈ, ਲਹਿਣਾ। ਤੇ ਸਤਿਗੁਰੂ ਕਹਿੰਦੇ ਫਿਰ ਭੁੱਲ ਕਾਹਦੀ ਹੋਈ ਹੈ? ਤੇਰਾ ਨਾਂ ਲਹਿਣਾ ਹੈ, ਤੂੰ ਲੈਣਾ ਹੈ ਤੇ ਅਸੀਂ ਦੇਣਾ ਹੈ। ਤੇ ਲਹਿਣੇਦਾਰ ਘੋੜੀਆਂ ਤੇ ਚੜ੍ਹ ਕੇ ਹੀ ਆਉਂਦੇ ਹੁੰਦੇ ਆ ਜਿਨ੍ਹਾਂ ਨੇ ਲੈਣਾ ਹੋਵੇ। ਇਹ ਪਹਿਲੇ ਦਿਨ ਜਗਤ ਗੁਰੂ ਜੀ ਨੇ ਬਚਨ ਕੀਤਾ ਵੀ ਤੂੰ ਲੈਣਾ ਹੈ ਤੇ ਅਸੀਂ ਦੇਣਾ ਹੈ। ਉਦੋਂ ਹਾਲੇ ਕੋਈ ਸੇਵਾ ਨਹੀਂ ਕੀਤੀ, ਹਾਲੇ ਨਮਸਕਾਰ ਕੀਤੇ, ਪਹਿਲੇ ਦਿਨ ਦਰਸ਼ਨ ਹੀ ਕੀਤੇ ਸੀ। ਬਚਨ ਪਹਿਲਾਂ ਹੋ ਗਿਆ ਵੀ ਤੂੰ ਲੈਣਾ ਹੈ ਅਸੀਂ ਦੇਣਾ ਹੈ, ਉਸ ਤੋਂ ਬਾਅਦ ਫਿਰ ਮਹਾਰਾਜ ਦੇ ਹੀ ਹੋ ਗਏ। ਸੰਗੀਆਂ ਸਾਥੀਆਂ ਨੂੰ ਕਹਿ ਦਿੱਤਾ ਕਿ ਭਾਈ ਹੁਣ ਜਿੱਥੇ ਪਹੁੰਚਣਾ ਸੀ ਉੱਥੇ ਪਹੁੰਚ ਗਏ ਹਾਂ। ਜੇ ਕੋਈ ਸ਼ਹਿਦ ਲੈਣ ਵਾਸਤੇ ਘਰੋਂ ਤੁਰੇ ਤੇ ਉਹਨੂੰ ਰਸਤੇ ਵਿੱਚੋਂ ਅੰਮ੍ਰਿਤ ਮਿਲ ਜਾਵੇ ਤੇ ਉਹਨੇ ਅੱਗੇ ਸ਼ਹਿਦ ਨੂੰ ਕੀ ਕਰਨਾ ਹੈ? ਇਸ ਕਰਕੇ ਘਰੋਂ ਆਪਾਂ ਤੁਰੇ ਤਾਂ ਸੀ ਵੀ ਅੱਗੇ ਜਾਵਾਂਗੇ ਮਹਾਰਾਜ ਦੇ ਦਰਸ਼ਨ ਕਰਕੇ ਵੀ ਦੇਵੀ ਦੀ ਯਾਤਰਾ ਨੂੰ ਜਾਵਾਂਗੇ, ਪਰ ਹੁਣ ਮੇਰਾ ਤੇ ਸਫ਼ਰ ਜਿਹੜਾ ਹੈ ਉਹ ਮੁਕੰਮਲ ਹੋ ਗਿਆ। ਇਹਦੇ ਤੋਂ ਅੱਗੇ ਹੁਣ ਕਿਸੇ ਥਾਂ ਤੇ ਮੈਂ ਤਾਂ ਜਾਣਾ ਨਹੀਂ, ਤੁਸੀਂ ਵੇਖ ਲਓ ਭਾਈ ਪ੍ਰੇਮੀਓ ਜੇ ਅੱਗੇ ਜਾਣਾ ਤੇ। ਉਹ ਕਹਿਣ ਲੱਗੇ ਵੀ ਅਸੀਂ ਅੱਗੇ ਜਾਵਾਂਗੇ ਪਰ ਰਾਤ ਇੱਥੇ ਰਹਿ ਪੈਂਦੇ। ਰਾਤ ਰਹਿ ਪਏ ਤੇ ਅੰਮ੍ਰਿਤ ਵੇਲੇ ਦਾ ਜਦੋਂ ਦੀਵਾਨ ਸਜਿਆ ਧਰਮਸ਼ਾਲਾ ਦੇ ਵਿੱਚ, ਸ੍ਰੀ ਜਪਜੀ ਸਾਹਿਬ ਬਾਣੀ ਦਾ ਪਾਠ ਹੋਇਆ,
ਆਸਾ ਕੀ ਵਾਰ ਦਾ ਕੀਰਤਨ ਗੁਰ ਸਿੱਖਾਂ ਨੇ ਆਰੰਭ ਕੀਤਾ। ਜਗਤ ਗੁਰੂ ਜੀ ਆਪ ਚੌਂਕੜਾ ਲਾ ਕੇ ਬੈਠੇ ਆ ਧਰਮਸ਼ਾਲਾ ਦੇ ਵਿੱਚ। ਸੰਗਤਾਂ ਮਹਾਰਾਜ ਦੇ ਦਰਸ਼ਨ ਕਰ ਰਹੀਆਂ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ। ਤੇ ਬਾਹਰ ਧਰਮਸ਼ਾਲਾ ਦੇ ਵਿਹੜੇ ਦੇ ਵਿੱਚ ਇੱਕ ਲਾਲ ਬਸਤਰਾਂ ਵਾਲੀ ਮਾਈ ਅੰਮ੍ਰਿਤ ਵੇਲੇ ਝਾੜੂ ਫੇਰਦੀ ਵੇਖੀ। ਬਾਬਾ ਲਹਿਣਾ ਜੀ ਪਾਸ ਜਾਂਦੇ ਆ ਤੇ ਪੁੱਛਦੇ ਆ ਕਿ ਮਾਈ ਤੂੰ ਕੌਣ ਹੈ, ਵੇਲੇ ਨਾਲ ਝਾੜੂ ਫੇਰ ਰਹੀ ਹੈ। ਸੁਭਾਵਕ ਪੁੱਛਿਆ। ਉਹਨੇ ਆਖਿਆ ਮੈਂ ਦੇਵੀ ਹਾਂ, ਜਿੱਥੇ ਆ ਸਾਰਾ ਸੰਗ ਚੱਲਿਆ ਸੀ ਨਾ, ਮੈਂ ਉਹੀ ਦੇਵੀ ਹਾਂ। ਆਖਿਆ ਮਾਈ ਤੂੰ ਇੱਥੇ? ਉਹਨੇ ਕਿਹਾ ਮੈਂ ਇਕੱਲੀ ਨਹੀਂ, ਇੱਥੇ ਸਭ ਦੇਵੀਆਂ ਤੇ ਸਭ ਦੇਵਤੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਝਾੜੂ ਫੇਰਨ ਆਉਂਦੇ। ਇੱਥੇ ਸਭ ਦੇਵੀਆਂ ਦੇਵਤੇ ਝਾੜੂ ਫੇਰਦੇ ਆ ਤੇ ਸਭ ਤੋਂ ਵੱਡੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਨ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਦਾ ਕਥਨ ਵੀ ਹੈ। ਉਹ ਕਹਿੰਦੇ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ, ਸਭ ਦੇਵਤੇ ਸਭ ਦੇਵੀਆਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰਾਂ ਕਰਦੀਆਂ ਤੇ ਸਤਿਗੁਰੂ ਜੀ ਨੂੰ ਧਿਆਉਂਦੀਆਂ। ਜਦੋਂ ਭੱਟ ਸਾਹਿਬਾਨਾਂ ਦੀ ਬਾਣੀ ਪੜ੍ਹਦੇ ਹਾਂ ਕਿ ਉਹਨਾਂ ਦਾ ਵੀ ਕਥਨ ਐਸਾ ਹੀ ਹੈ। ਇੱਕ ਮਨ ਪੁਰਖ ਧਿਆਏ ਬਰ ਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਲੈ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ, ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ, ਗਾਵਹਿ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ, ਗਾਵਹਿ ਇੰਦਰਾਦ। ਇੰਦਰ ਤੋਂ ਆਦਿਕ ਸਾਰੇ ਦੇਵਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਜਸ ਗਾਉਂਦੇ। ਗਾਵਹਿ ਇੰਦਰਾਦ ਭਗਤ ਪ੍ਰਹਿਲਾਦਿਕ, ਆਤਮ ਰਸ ਜਿਨ ਜਾਣਿਓ, ਕਬ ਕਲ ਸੁਜਸ ਗਾਵੋ ਗੁਰ ਨਾਨਕ, ਰਾਜ ਜੋਗ ਜਿਨ ਮਾਣਿਓ। ਉਹ ਨਾਲ ਦੇ ਜਿਹੜੇ ਸੰਗੀ ਸਾਥੀ ਸੀ ਦੇਵੀ ਦੇ ਉਪਾਸ਼ਕ, ਉਹਨਾਂ ਨੇ ਜਦੋਂ ਵੇਖਿਆ ਕਿ ਜਿਸ ਦੇਵੀ ਨੂੰ ਆਪਾਂ ਨਮਸਕਾਰ ਕਰਨ ਜਾਣੀ ਸੀ ਉਹ ਦੇਵੀ ਤੇ ਮਹਾਰਾਜ ਦੇ ਇੱਥੇ ਧਰਮਸ਼ਾਲਾ 'ਚ ਝਾੜੂ ਫੇਰਦੀ ਹੈ ਤੇ ਆਪਾਂ ਵੀ ਫਿਰ ਇੱਥੇ ਹੀ ਮਹਾਰਾਜ ਦੇ ਚਰਨਾਂ 'ਚ ਰਹੀਏ। ਉਹਨਾਂ ਨੇ ਵੀ ਸਿੱਖੀ ਪ੍ਰਾਪਤ ਕੀਤੀ ਤੇ ਅੱਗੇ ਜਾਣ ਦਾ ਖਿਆਲ ਹੀ ਭੁਲਾ ਦਿੱਤਾ। ਸਤਿਗੁਰੂ ਜੀ ਦੇ ਸਾਰੇ ਸਿੱਖ ਬਣ ਗਏ। ਬਾਬਾ ਲਹਿਣਾ ਜੀ ਮਹਾਰਾਜ ਦੇ ਚਰਨਾਂ ਵਿੱਚ ਰਹੇ। ਕੁਝ ਦਿਨ ਰਹਿ ਕੇ ਤੇ ਗੁਰੂ ਸਾਹਿਬ ਜੀ ਨੇ ਆਖਿਆ ਪੁਰਖਾ ਆਪਣੇ ਪਰਿਵਾਰ ਨੂੰ ਮਿਲ ਕੇ ਆ, ਫੇਰ ਆ ਜਾ। ਮਹਾਰਾਜ ਦੀ ਆਗਿਆ ਦੇ ਨਾਲ ਫਿਰ ਵਾਪਸ ਆਏ। ਆਪਣੇ ਧਰਮ ਪਤਨੀ ਮਾਤਾ ਖੀਵੀ ਜੀ ਉਹਨਾਂ ਨੂੰ ਮਿਲੇ। ਮਹਾਰਾਜ ਸਾਹਿਬ ਜੀ ਦੇ ਦੋ ਸਾਹਿਬਜ਼ਾਦੇ ਤੇ ਦੋ ਸੁਪੁੱਤਰੀਆਂ ਸਨ ਸਾਧ ਸੰਗਤ ਜੀ, ਬਾਬਾ ਲਹਿਣਾ ਜੀ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਬਾਬਾ ਦਾਤੂ ਜੀ, ਬਾਬਾ ਦਾਸੂ ਜੀ, ਇਹ ਦੋ ਸੁਪੁੱਤਰ। ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਜੀ, ਇਹ ਦੋ ਸੁਪੁੱਤਰੀਆਂ ਸਨ। ਬੀਬੀ ਅਨੋਖੀ ਜੀ ਛੋਟੀ ਉਮਰ ਵਿੱਚ ਹੀ ਸਰੀਰ ਤਿਆਗ ਗਏ ਸਨ। ਬੀਬੀ ਅਮਰੋ ਜੀ ਉਹ ਫਿਰ ਤੀਜੇ ਪਾਤਸ਼ਾਹ ਦੇ ਸਕੇ ਭਤੀਜੇ ਨਾਲ ਵਿਆਹੇ ਸਨ ਬਾਸਰ ਕੇ ਨਗਰ ਦੇ ਵਿੱਚ। ਫਿਰ ਇਸ ਤਰ੍ਹਾਂ ਪਰਿਵਾਰ ਨੂੰ ਮਿਲ ਕੇ ਵਾਪਸ ਚਲੇ ਜਾਂਦੇ ਆ ਤੇ 7 ਸਾਲ ਮਹਾਰਾਜ ਦੇ ਚਰਨਾਂ ਵਿੱਚ ਰਹੇ ਬਾਬਾ ਲਹਿਣਾ ਜੀ ਸ੍ਰੀ ਕਰਤਾਰਪੁਰ ਸਾਹਿਬ। 7 ਸਾਲ ਸੇਵਾ ਕੀਤੀ। ਉਹਨਾਂ 7 ਸਾਲਾਂ ਵਿੱਚ ਕਈ ਵਾਰੀ ਗੁਰੂ ਸਾਹਿਬ ਜੀ ਦੀ ਆਗਿਆ ਦੇ ਨਾਲ ਖਡੂਰ ਸਾਹਿਬ ਆਉਂਦੇ, ਪਰਿਵਾਰ ਨੂੰ ਮਿਲਦੇ, ਕੁਝ ਦਿਨ ਰਹਿੰਦੇ, ਫਿਰ ਵਾਪਸ ਛੇਤੀ ਚਲੇ ਜਾਂਦੇ। 7 ਸਾਲ ਤੋਂ ਬਾਅਦ 28 ਸਾਲ ਦੀ ਸਰੀਰ ਕਾਰਬਲਾ ਵਿੱਚ ਪਹਿਲਾ ਮਿਲਾਪ ਹੋਇਆ ਸੀ ਤੇ 7 ਸਾਲਾਂ ਬਾਅਦ ਜਦੋਂ 35 ਸਾਲ ਦੀ ਸਰੀਰ ਕਾਰਬਲਾ ਹੈ ਬਾਬਾ ਲਹਿਣਾ ਜੀ ਦੀ, 1599 ਦੇ ਵਿੱਚ ਪਹਿਲਾ ਮਿਲਾਪ ਹੋਇਆ ਸੀ ਤੇ 1596 ਬਿਕਰਮੀ ਸੰਮਤ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਫਿਰ ਸਾਰੇ ਸਿੱਖਾਂ ਨੂੰ ਪਰਖ ਕੇ, ਆਪਣੇ ਪੁੱਤਰਾਂ ਨੂੰ ਪਰਖ ਕੇ ਤੇ ਬਾਬਾ ਲਹਿਣਾ ਜੀ ਨੂੰ ਫਿਰ ਮਹਾਰਾਜ ਨੇ ਗੁਰਿਆਈ ਬਖਸ਼ਿਸ਼ ਕੀਤੀ। ਸਿੱਖਾਂ ਪੁੱਤਰਾਂ ਘੋਖ ਕਹਿ ਸਭ ਉਮਤ ਵੇਖੋ ਜੇ ਕਿਉਣ, ਜਾਂ ਸੁਧੋਸ ਤਾਂ ਲਹਿਣਾ ਟਿੱਕੇ ਹੋਣ। ਪਰਖ ਕੀਤੀ ਸੀ। ਫਿਰ ਕਰਤਾਰਪੁਰ ਸਾਹਿਬ ਦੇ ਵਿੱਚ ਜਦੋਂ 35 ਸਾਲ ਦੀ ਸਰੀਰ ਕਾਰਬਲਾ ਆਏ ਬਾਬਾ ਲਹਿਣਾ ਜੀ ਦੀ, ਬਾਬਾ ਬੁੱਢਾ ਸਾਹਿਬ ਜੀ ਤੋਂ ਗੁਰਿਆਈ ਦਾ ਤਿਲਕ ਲਵਾਇਆ। 5 ਪੈਸੇ ਨਾਲੀਅਰ ਲੈ ਕੇ ਪ੍ਰਕਰਮਾ ਕਰਕੇ ਮੱਥਾ ਟੇਕ ਦਿੱਤਾ ਆਪਣੇ ਸੇਵਕ ਨੂੰ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੀ ਜੋਤ ਬਾਬਾ ਲਹਿਣਾ ਜੀ ਦੇ ਵਿੱਚ ਟਿਕਾ ਦਿੱਤੀ ਤੇ ਕਹਿ ਦਿੱਤਾ ਪੁਰਖਾ ਤੂੰ ਸਾਡੇ ਅੰਗਾਂ ਨਾਲ ਲੱਗ ਕੇ ਅੰਗਦ ਬਣ ਗਿਆ। ਬਾਬਾ ਲਹਿਣਾ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਬਣਾ ਦਿੱਤਾ।
ਵਿਚ ਕਰਤਾਰ ਪੁਰੇ ਜਗ ਰਾਈ। ਸ੍ਰੀ ਅੰਗਦ ਕੋ ਦੀਨ ਬੜਾਈ। ਆਪਣੇ ਕੀਨ ਸੱਚ ਖੰਡ ਪਿਆਨਾ। ਜੋਤ ਰੂਪ ਬਿਬ ਤਨ ਪਲਟਾਨਾ। ਜੋਤੀ ਸਰੂਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਦੂਸਰਾ ਸਰੀਰ ਹੀ ਪਲਟਿਆ ਹੈ। ਜੋਤ ਤਾਂ ਉਹੋ ਹੀ ਦੂਸਰੇ ਸਰੂਪ ਦੇ ਵਿੱਚ ਪ੍ਰਕਾਸ਼ਮਾਨ ਹੋ ਗਏ। ਜਿਉ ਅਧਪਤ ਇੱਕ ਪੋਸ਼ਿਸ਼ ਤਜ ਕੈ। ਬੈਸਹਿ ਸਭਾ ਦੁਤੀਏ ਤਨ ਸਜ ਕੈ। ਤਿਉ ਖਡੂਰ ਮਹਿਆਨ ਬਿਰਾਜੇ। ਜਿਨ ਸਿਮਰਨ ਕਲ ਕਲ ਮਲ ਭਾਜੇ। ਜਿਵੇਂ ਇੱਕ ਬਾਦਸ਼ਾਹ ਆਪਣੀ ਇੱਕ ਪੋਸ਼ਾਕ ਲਾ ਕੇ ਦੂਸਰੀ ਪੋਸ਼ਾਕ ਪਹਿਨ ਕੇ ਫੇਰ ਸਭਾ ਵਿੱਚ ਆ ਕੇ ਸਜ ਜਾਂਦਾ ਹੈ, ਇਸੇ ਤਰ੍ਹਾਂ ਸਰੀਰਕ ਚੋਲਾ ਬਦਲ ਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਰੂਪ ਹੋ ਕੇ ਖਡੂਰ ਸਾਹਿਬ ਆ ਕਰਕੇ ਸੁਭਾਇਮਾਨ ਹੋਏ। ਜਿਨ੍ਹਾਂ ਦੇ ਦਰਸ਼ਨ ਕੀਤਿਆਂ ਪਾਪ ਹੀ ਭੱਜ ਜਾਂਦੇ ਹਨ ਦੂਰ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਫਿਰ 1596 ਬਿਕਰਮੀ ਤੋਂ ਲੈ ਕੇ 1609 ਤੱਕ ਮਹਾਰਾਜ ਸਾਹਿਬ ਜੀ ਨੇ ਗੁਰਿਆਈ ਕੀਤੀ ਹੈ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਖਡੂਰ ਸਾਹਿਬ ਦੀ ਧਰਤੀ ਨੂੰ ਭਾਗ ਲਾਇਆ ਤੇ ਆਪ ਜੀ ਨੇ ਆਪਣੀ ਰਸਨਾ ਤੋਂ ਜੋ ਬਾਣੀ ਉਚਾਰਨ ਕੀਤੀ ਹੈ ਉਹ ਗਿਣਤੀ ਦੇ 63 ਸ਼ਲੋਕ ਹਨ। ਸਾਰੀ ਬਾਣੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੂਜੇ ਪਾਤਸ਼ਾਹ ਜੀ ਦੀ ਜੋ ਸੰਪੂਰਨ ਬਾਣੀ ਹੈ, ਸਾਰੀ ਬਾਣੀ ਹੈ, ਗਿਣਤੀ ਦੇ 63 ਸ਼ਲੋਕ ਹਨ ਤੇ ਉਹ ਸ਼ਲੋਕ ਵਾਰਾਂ ਵਿੱਚ ਹੀ ਆਉਂਦੇ ਆ ਸਾਧ ਸੰਗਤ ਜੀ। 22 ਵਾਰਾਂ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ। 21 ਵਾਰਾਂ ਗੁਰੂ ਸਾਹਿਬਾਂ ਦੀਆਂ ਉਚਾਰਨ ਕੀਤੀਆਂ ਹੋਈਆਂ। ਇੱਕ ਗੁਰੂ ਘਰ ਦੇ ਰਬਾਬੀਆਂ ਦੀ ਵਾਰ ਹੈ, ਰਾਮਕਲੀ ਦੀ ਤੀਜੀ ਵਾਰ, ਤੇ 22 ਵਾਰਾਂ ਵਿੱਚੋਂ 9 ਵਾਰਾਂ ਹਨ ਜਿਨ੍ਹਾਂ 9 ਵਾਰਾਂ ਦੇ ਵਿੱਚ ਦੂਜੇ ਪਾਤਸ਼ਾਹੀ ਦੀ ਬਾਣੀ ਆਉਂਦੀ ਹੈ, ਗਿਣਤੀ ਦੇ 63 ਸ਼ਲੋਕ। ਤਾਂ ਇਹ ਮਹਾਰਾਜ ਸਾਹਿਬ ਜੀ ਦੀ ਬਾਣੀ ਇੱਥੇ ਰਾਮਕਲੀ ਦੀ ਵਾਰ ਵਿੱਚ ਵੀ ਮਹਾਰਾਜ ਦੇ ਸ਼ਲੋਕ ਆਏ ਹਨ। ਖਡੂਰ ਸਾਹਿਬ ਦੀ ਧਰਤੀ ਤੇ ਮਹਾਰਾਜ ਸਾਹਿਬ ਜੀ ਸੰਗਤਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਆ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਅਜਰ ਨੂੰ ਜਰਨ ਵਾਲੇ, ਮਹਾਨ ਧੀਰਜ ਧਾਰੀ। ਸ਼ਲੋਕ ਮਹੱਲਾ ਦੂਜਾ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ। ਰਤਨਾ ਦੇ ਪਰਖ ਦੀ ਗੱਲ ਚੱਲੀ ਮਹਾਰਾਜ ਸਾਹਿਬ ਜੀ ਦੇ ਪਾਸ, ਗੁਰਸਿੱਖਾਂ ਨੇ ਕੀਤੀ ਕਿ ਮਹਾਰਾਜ ਜੌਹਰੀ ਜਿਹੜੇ ਹਨ ਉਹ ਰਤਨਾ ਦੀ ਬੜੀ ਚੰਗੀ ਤਰ੍ਹਾਂ ਪਰਖ ਕਰਦੇ ਆ ਕਿ ਇਹ ਰਤਨ ਕਿਸ ਤਰ੍ਹਾਂ ਦਾ ਹੈ, ਇਹਦੀ ਕਿੰਨੀ ਕੀਮਤ ਹੈ, ਕਿੰਨਾ ਮੁੱਲ ਹੈ। ਤਾਂ ਸਤਿਗੁਰੂ ਸਾਹਿਬ ਜੀ ਨੇ ਉਸ ਮੌਕੇ ਤੇ ਇਹ ਬਚਨ ਉਚਾਰਨ ਕਰਕੇ ਉਪਦੇਸ਼ ਦਿੱਤਾ। ਕਹਿਣ ਲੱਗੇ ਵੀ ਜੇ ਕੋਈ ਅੰਧਾ ਹੋਵੇ, ਜਿਸ ਨੂੰ ਅੱਖਾਂ ਤੋਂ ਦਿਸਦਾ ਨਾ ਹੋਵੇ, ਤੇ ਉਹ ਰਤਨਾ ਦੀ ਪਰਖ ਕਰਨੀ ਚਾਹਵੇ, ਉਹ ਚਲੇ ਜਾਵੇ ਜਿੱਥੇ ਰਤਨ ਪਏ ਹੋਏ ਆ ਰਤਨਾ ਦੀ ਪਰਖ ਕਰਨ ਵਾਸਤੇ। ਹੋਵੇ ਅੰਨਾ, ਅੱਖਾਂ ਤੋਂ ਦਿਸਦਾ ਨਾ ਹੋਵੇ, ਨਾਨਕ ਅੰਧਾ ਹੋਏ ਕਹਿ ਰਤਨਾ ਪਰਖਣ ਜਾਏ। ਜਿਸ ਨੂੰ ਅੱਖਾਂ ਤੋਂ ਦਿਸਦਾ ਨਹੀਂ, ਜਿਹਦੀਆਂ ਅੱਖਾਂ ਦੇ ਵਿੱਚ ਵੇਖਣ ਦੀ ਸ਼ਕਤੀ ਨਹੀਂ, ਨਜ਼ਰ ਨਹੀਂ ਹੈ ਅੱਖਾਂ ਦੇ ਵਿੱਚ, ਉਹ ਚਲੇ ਜਾਵੇ ਰਤਨਾ ਦੀ ਪਰਖ ਕਰਨ ਵਾਸਤੇ। ਰਤਨਾ ਸਾਰ ਨਾ ਜਾਣੈ ਆਵੇ ਆਪ ਲਖਾਏ। ਆਪਣੇ ਆਪ ਨੂੰ ਜੌਹਰੀ ਕਹਾਉਂਦਾ ਹੋਵੇ ਤੇ ਰਤਨਾ ਦੀ ਸਾਰ ਨਾ ਜਾਣਦਾ ਹੋਵੇ, ਉਹ ਆਪਣੇ ਆਪ ਨੂੰ ਲਿਖਾ ਕੇ ਆ ਜਾਂਦਾ, ਆਪਣੇ ਆਪ ਨੂੰ ਜਣਾ ਕੇ ਆ ਜਾਂਦਾ। ਅੱਖਾਂ ਤੋਂ ਦਿਸਦਾ ਨਹੀਂ ਪਰ ਕਹਾਉਂਦਾ ਜੌਹਰੀ ਹੈ ਤੇ ਆਪਣਾ ਆਪ ਜਣਾ ਕੇ ਆ ਜਾਂਦਾ ਹੈ, ਹੰਕਾਰ ਪ੍ਰਗਟ ਕਰਕੇ ਆ ਜਾਂਦਾ ਹੈ। ਪਰ ਬਾਕੀ ਜਾਣਨ ਵਾਲੇ, ਸਮਝਣ ਵਾਲੇ ਸਮਝ ਲੈਂਦੇ ਆ ਕਿ ਇਹਨੇ ਰਤਨਾ ਦੀ ਪਰਖ ਕੀ ਕਰਨੀ, ਇਹਦੀਆਂ ਤੇ ਅੱਖਾਂ ਹੀ ਨਹੀਂ ਕੰਮ ਕਰਦੀਆਂ। ਇਹਨੇ ਰਤਨਾ ਦੀ ਕੀ ਸਾਰ ਜਾਣਨੀ ਹੈ, ਇਹਨੂੰ ਤੇ ਅੱਖਾਂ ਤੋਂ ਦਿਸਦਾ ਹੀ ਕੋਈ ਨਹੀਂ ਹੈ। ਰਤਨਾ ਦੀ ਪਰਖ ਤੇ ਉਹੀ ਕਰੇਗਾ ਜਿਹੜਾ ਵੇਖੇਗਾ ਰਤਨ ਨੂੰ, ਪਹਿਲਾਂ ਉਹਦੀ ਚਮਕ ਦਮਕ ਨੂੰ ਵੇਖੇਗਾ। ਉਹ ਹੀਰੇ ਦੀ, ਰਤਨ ਦੀ ਚਮਕ ਵੇਖ ਕਰਕੇ ਜੌਹਰੀ ਦੱਸ ਦਿੰਦੇ ਵੀ ਇਹ ਕਿੰਨੀ ਕੀਮਤ ਵਾਲਾ ਹੈ, ਕਿੰਨੀ ਕੀਮਤ ਵਾਲਾ ਹੈ। ਤੇ ਜਿਹੜਾ ਅੱਖਾਂ ਤੋਂ ਵੇਖਦਾ ਹੀ ਨਹੀਂ ਹੈ, ਜਿਹਨੂੰ ਦਿਸਦਾ ਹੀ ਨਹੀਂ ਹੈ, ਮਹਾਰਾਜ ਕਹਿੰਦੇ ਉਹ ਰਤਨਾ ਦੀ ਸਾਰ ਨਹੀਂ ਜਾਣ ਸਕਦਾ।
ਉਹ ਸਿਰਫ ਆਪਣਾ ਆਪ ਲਿਖਾ ਕੇ ਆ ਜਾਂਦਾ ਹੈ ਵੀ ਮੈਂ ਜੌਹਰੀ ਹਾਂ। ਅਸਲ ਵਿੱਚ ਬਾਕੀ ਸਾਰੇ ਜਾਣਨ ਵਾਲੇ ਸਮਝ ਜਾਂਦੇ ਆ ਵੀ ਇਹ ਹੰਕਾਰ ਹੀ ਕਰਦਾ, ਇਹਨੂੰ ਦਿਸਦਾ ਤੇ ਹੈ ਨਹੀਂ, ਇਹ ਕਾਹਦਾ ਜੌਹਰੀ ਹੈ। ਇਹ ਤਾਂ ਬਾਹਰਲਾ ਦ੍ਰਿਸ਼ਟਾਂਤ ਹੈ। ਇਸੇ ਪ੍ਰਕਾਰ ਇਸ ਸ਼ਲੋਕ ਦੇ ਵਿੱਚ ਅੰਤਰੀਵੀ ਭਾਵ ਮਹਾਰਾਜ ਨੇ ਹੋਰ ਰੱਖਿਆ। ਫੇਰ ਇਹੀ ਆਰੰਭ ਤੋਂ ਪੜ੍ਹੀਏ ਪਹਿਲੀ ਪੰਕਤੀ ਤੋਂ। ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ। ਰਤਨ ਕੀ ਹੈ? ਰਤਨ ਹੈ ਮਹਾਤਮਾ ਦੇ ਵਿੱਚ ਜਿਹੜੇ ਸ਼ੁਭ ਗੁਣ ਹਨ। ਜੋ ਮਨਮੁਖ ਜੀਵ ਹੈ, ਸਾਖਤ ਜੀਵ ਹੈ, ਆਪਣੇ ਆਪ ਨੂੰ ਜੌਹਰੀ ਕਹਾਉਂਦਾ, ਕਿਉਂਕਿ ਕੋਈ ਵੀ ਘੱਟ ਨਹੀਂ ਕਹਾਉਂਦਾ। ਹਰ ਕੋਈ ਆਪਣੇ ਆਪ ਨੂੰ ਪਾਰਖ ਹੀ ਦੱਸਦਾ ਹੈ ਕਿ ਮੈਂ ਸਭ ਕੁਝ ਜਾਣਨ ਵਾਲਾ ਹਾਂ ਤੇ ਮੈਂ ਹਰ ਇੱਕ ਨੂੰ ਪਰਖ ਲੈਂਦਾ ਹਾਂ ਚੰਗੀ ਤਰ੍ਹਾਂ। ਹਰ ਕੋਈ ਪਾਰਖੂ ਹੀ ਕਹਾਉਂਦਾ ਹੈ ਆਪਣੇ ਆਪ ਨੂੰ। ਘਾਟ ਨਾ ਕਿਨਹੀ ਕਹਾਇਆ, ਸਭ ਕਹਤੇ ਹੈ ਪਾਇਆ। ਇਸ ਕਰਕੇ ਮਹਾਰਾਜ ਕਹਿੰਦੇ ਜੋ ਮਨੁੱਖ ਹੈ ਨਾ, ਇਹ ਜੇ ਕਿਸੇ ਮਹਾਤਮਾ ਕੋਲੇ ਚਲੇ ਜਾਵੇ ਤੇ ਉਹਦੇ ਗੁਣਾਂ ਨੂੰ ਪਰਖਣ ਲੱਗ ਪੈਂਦਾ ਹੈ। ਉਹਦੇ ਗੁਣਾਂ ਰੂਪੀ ਰਤਨਾਂ ਨੂੰ ਪਰਖਣ ਲੱਗ ਪੈਂਦਾ ਹੈ। ਪਰ ਇਹ ਜਾਣਦਾ ਨਹੀਂ ਕਿ ਮੈਂ ਕੀ ਪਰਖਣਾ, ਮੇਰੀਆਂ ਤੇ ਅੱਖਾਂ ਹੀ ਨਹੀਂ ਹੈਗੀਆਂ। ਅੱਖਾਂ ਤੋਂ ਮੈਂ ਅੰਨਾ ਵਾਂ ਤੇ ਕੰਨਾਂ ਤੋਂ ਬੋਲਾ ਵਾਂ, ਤੇ ਮੈਂ ਕੀ ਮਹਾਂਪੁਰਖ ਨੂੰ ਪਰਖਣਾ ਹੈ। ਪਰ ਇਹ ਪਰਖਣ ਲੱਗ ਪੈਂਦਾ ਜੇ ਕਿਸੇ ਗੁਰਸਿੱਖ ਦੇ ਕੋਲੇ ਜਾਵੇ, ਜੇ ਕਿਸੇ ਮਹਾਤਮਾ ਦੇ ਕੋਲੇ ਜਾਵੇ, ਕਿਸੇ ਸਾਧੂ ਦੇ ਕੋਲੇ ਜਾਵੇ, ਕਿਸੇ ਸੰਤ ਦੇ ਕੋਲੇ ਜਾਵੇ, ਇਹ ਉੱਥੋਂ ਦੇ ਨੁਕਸ ਕੱਢਣ ਲੱਗ ਪੈਂਦਾ, ਉੱਥੇ ਔਗਣ ਫਰੋਲਣ ਲੱਗ ਪੈਂਦਾ। ਇਹ ਆਪਣੀ ਬਿਰਤੀ ਸਾਂਝ ਕਰੀਜੈ ਗੁਣਹਿ ਕੇਰੀ, ਛੋੜ ਅਵਗਣ ਚੱਲੀਐ ਵਾਲੀ ਨਹੀਂ ਰੱਖਦਾ ਹੈ। ਇਹ ਸਾਧੂ ਨੂੰ ਪਰਖਣ ਲੱਗ ਪੈਂਦਾ। ਸਾਧੂ ਦੇ ਵਿੱਚ ਜਿਹੜੇ ਸ਼ੁਭ ਗੁਣ ਵਾ, ਗੁਰਮੁਖ ਦੇ ਵਿੱਚ ਜੋ ਸ਼ੁਭ ਗੁਣ ਵਾ, ਉਹ ਰਤਨਾਂ ਦੀ ਤਰ੍ਹਾਂ ਵਾ, ਰਤਨਾਂ ਦੀ ਤਰ੍ਹਾਂ। ਸ਼ੁਭ ਗੁਣਾਂ ਨੂੰ ਰਤਨ ਆਖਿਆ। ਤੇ ਇਹ ਜੀਵ ਜਾਂਦਾ ਤੇ ਹੈ ਮਹਾਤਮਾ ਦੇ ਕੋਲੇ, ਪਰ ਉੱਥੇ ਵੀ ਨੁਕਸ ਬਿੰਦੀਆਂ ਕੱਢਣ ਲੱਗ ਪੈਂਦਾ। ਉੱਥੇ ਜਾ ਕਰਕੇ ਪਰਖ ਕਰਨ ਲੱਗ ਪੈਂਦਾ। ਪਰ ਮਹਾਰਾਜ ਕਹਿੰਦੇ ਹੈ ਅੰਧਾ। ਹੁਣ ਇਹਨੂੰ ਇੰਨਾ ਨਹੀਂ ਪਤਾ ਵੀ ਮੇਰੀਆਂ ਤੇ ਆਪਣੀਆਂ ਅੱਖਾਂ ਕੰਮ ਨਹੀਂ ਕਰਦੀਆਂ ਤੇ ਮੈਂ ਮਹਾਂਪੁਰਖ ਨੂੰ ਪਰਖਣ ਡਿਆ, ਮੈਂ ਸੰਤ ਦੀ ਪਰਖ ਕਰ ਰਿਹਾ ਵਾਂ, ਅੱਖਾਂ ਤੇ ਮੇਰੀਆਂ ਕੰਮ ਨਹੀਂ ਕਰਦੀਆਂ। ਉੱਥੋਂ ਤੀਕ ਮੇਰੀ ਪਹੁੰਚ ਹੀ ਨਹੀਂ, ਮੇਰੀ ਨਿਗਾਹ ਹੀ ਨਹੀਂ ਜਾਂਦੀ ਹੈ ਜਿੱਥੋਂ ਤੀਕ ਮਹਾਤਮਾ ਦੀ ਅਵਸਥਾ ਹੈ। ਦੋਏ ਦੋਏ ਲੋਚਨ ਸਰਬਾਨਾ, ਵਿਦਵਾਨਾ ਤਰਈ ਲੋਚਨਾ, ਪੰਡਤਾਨਾ ਸਪਤਾਨਾ, ਬ੍ਰਹਮ ਗਿਆਨੀ ਅਨੰਤ ਲੋਚਨਾ। ਨਾਨਕ ਅੰਧਾ ਹੋਏ ਕੈ, ਹੈ ਤੇ ਅੰਧਾ, ਹੈ ਤੇ ਸੂਰਮਾ। ਖਾਲਸੀ ਬੋਲੇ ਦੇ ਵਿੱਚ ਜਿਹਦੀਆਂ ਅੱਖਾਂ ਕੰਮ ਨਾ ਕਰਨ ਉਹਨੂੰ ਕਹਿੰਦੇ ਸੂਰਮਾ ਸਿੰਘ। ਇਹ ਸੂਰਮਾ ਸਿੰਘ ਹੈ ਵੀ ਜੇ ਸਿੱਧਾ ਅੰਨਾ ਆਖਿਆ ਤੇ ਅਗਲਾ ਗੁੱਸਾ ਕਰੂਗਾ ਵੀ ਮੇਰੀਆਂ ਅੱਖਾਂ ਕੰਮ ਨਹੀਂ ਕਰਦੀਆਂ, ਇਹ ਮੈਨੂੰ ਅੰਨਾ ਕਹਿ ਕੇ ਬੁਲਾਉਂਦਾ ਹੈ। ਉਹ ਫਿਰ ਸਿੰਘਾਂ ਨੇ ਬੋਲੇ ਰੱਖੇ ਜਿਹੜੇ ਨਾ ਖਾਲਸੀ ਬੋਲੇ, ਉਹਦੇ 'ਚ ਜਿਹਨੂੰ ਦਿਸੇ ਨਾ ਉਹਨੂੰ ਕਹਿੰਦੇ ਸੂਰਮਾ ਸਿੰਘ, ਜਿਹਨੂੰ ਸੁਣੇ ਨਾ ਉਹਨੂੰ ਕਹਿੰਦੇ ਚੁਬਾਰੇ ਚੜ੍ਹਿਆ ਸਿੰਘ। ਵੀ ਇਹ ਚੁਬਾਰੇ ਚੜ੍ਹਿਆ ਹੋਇਆ, ਜਿਹੜਾ ਚੁਬਾਰੇ ਤੇ ਚੜ੍ਹਿਆ ਹੋਵੇ ਵੀ ਉਹਨੂੰ ਉੱਚੀ ਆਵਾਜ਼ ਮਾਰਨੀ ਪੈਂਦੀ ਹੈ, ਫਿਰ ਉਹਨੂੰ ਸੁਣਦਾ ਹੈ। ਬੋਲੇ ਨੂੰ ਕਹਿ ਦਿੰਦੇ ਆ ਚੁਬਾਰੇ ਚੜ੍ਹਿਆ ਸਿੰਘ। ਖਾਲਸੀ ਬੋਲੇ ਦੇ ਵਿੱਚ ਵੀ ਇਹ ਚੁਬਾਰੇ ਉੱਤੇ ਹੀ ਰਹਿੰਦਾ ਵਾ, ਇਹਨੂੰ ਉੱਚੀ ਆਵਾਜ਼ ਮਾਰੀਏ ਤਾਂ ਚੁਬਾਰੇ ਤੇ ਸੁਣਦਾ। ਜਿਹਨੂੰ ਦਿਸੇ ਨਾ ਉਹਨੂੰ ਕਹਿੰਦੇ ਸੂਰਮਾ ਸਿੰਘ। ਹੈ ਸੂਰਮਾ, ਹੈ ਅੰਨਾ, ਅੱਖਾਂ ਤੋਂ ਦਿਸਦਾ ਨਹੀਂ, ਪਰ ਸੰਤਾਂ ਦੇ ਵਿੱਚ ਜਿਹੜੇ ਸ਼ੁਭ ਗੁਣ ਵਾ ਉਹ ਗੁਣਾਂ ਨਾਲ ਭਰੇ ਹੋਏ ਆ ਮਹਾਤਮਾ, ਉਹਨਾਂ ਦੇ ਗੁਣਾਂ ਨੂੰ ਪਰਖਣ ਵਾਸਤੇ ਚਲੇ ਜਾਂਦਾ। ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ। ਰਤਨਾਂ ਦੀ ਪਰਖ ਕਰਨ ਵਾਸਤੇ ਜਾਂਦਾ ਹੈ। ਪਰ ਸੰਤਾਂ ਦੇ ਵਿੱਚ ਜਿਹੜੇ ਸ਼ੁਭ ਗੁਣ ਰੂਪੀ ਰਤਨ ਵਾ, ਉਹਨਾਂ ਗੁਣਾਂ ਰੂਪੀ ਰਤਨਾਂ ਦੀ ਸਾਰ ਨਹੀਂ ਜਾਣਦਾ। ਇਹ ਕੀ ਸਾਰ ਜਾਣੇ ਰਤਨਾਂ, ਕਿਉਂਕਿ ਇਹਦੀ ਨਜ਼ਰ ਨਹੀਂ ਕੰਮ ਕਰਦੀ। ਇਹਦੇ ਕੋਲੇ ਮਨ ਤੇ ਬੁੱਧ ਰੂਪੀ ਅੱਖਾਂ ਹੀ ਨਹੀਂ ਹੈਗੀਆਂ। ਬਾਹਰਲੀਆਂ ਅੱਖਾਂ ਤੇ ਵੀ ਪਰਦਾ ਪਿਆ ਹੋਇਆ ਹੈ, ਜਾਲਾ ਆਇਆ ਹੋਇਆ ਹੈ, ਮਾਇਆ ਦਾ ਪਰਦਾ ਪਿਆ ਹੈ, ਵਿਕਾਰਾਂ ਦਾ ਪਰਦਾ ਪਿਆ ਹੈ। ਅੰਦਰਲੀਆਂ ਅੱਖਾਂ ਮਨ ਤੇ ਬੁੱਧ ਰੂਪੀ ਅੱਖਾਂ ਦੇ ਉੱਤੇ ਵੀ ਪਰਦਾ ਪਿਆ ਹੋਇਆ ਹੈ, ਅੱਖਾਂ ਕੰਮ ਨਹੀਂ ਕਰਦੀਆਂ। ਇਸ ਕਰਕੇ ਸ਼ੁਭ ਗੁਣਾ ਰੂਪੀ ਜਿਹੜੇ ਰਤਨ ਵਾ ਮਹਾਂਪੁਰਖਾਂ ਦੇ ਵਿੱਚ, ਉਹਨਾਂ ਦੀ ਸਾਰ ਨਹੀਂ ਜਾਣਦਾ ਹੈ। ਤੇ ਸੰਤਾਂ ਕੋਲੇ ਬਹਿ ਕੇ ਵੀ ਆਪਣੀ ਵਡਿਆਈ ਪ੍ਰਗਟ ਕਰਕੇ ਆਪਣਾ ਆਪਾ ਲਿਖਾ ਕੇ ਜਣਾ ਕੇ ਹੀ ਆ ਜਾਂਦਾ। ਉੱਥੇ ਨੀਵਾਂ ਨਹੀਂ ਬਣਦਾ ਹੈ, ਝੁਕਦਾ ਨਹੀਂ ਹੈ।
ਆਪਣੇ ਗੁਣ ਦੱਸ ਕੇ ਆਉਂਦਾ ਵੀ ਮੇਰੇ ਵਿੱਚ ਆਹ ਗੁਣ ਵਾ, ਮੈਂ ਇੰਨਾ ਗੁਣੀ ਗਿਆਨੀ ਆ। ਆਪਣੇ ਆਪੇ ਨੂੰ ਜਣਾ ਕਰਕੇ ਆ ਜਾਂਦਾ ਉੱਥੇ, ਆਪਣੇ ਹੰਕਾਰ ਨੂੰ ਪ੍ਰਗਟ ਕਰਕੇ ਆ ਜਾਂਦਾ ਹੈ, ਆਪਣੇ ਆਪ ਨੂੰ ਹੀ ਲਿਖਾਉਣ ਜਾਂਦਾ ਉੱਥੇ ਵੀ। ਕਿਉਂਕਿ ਮਨੁੱਖ ਦੀ ਇਹ ਐਸੀ ਹਾਲਤ ਹੈ, ਐਸੀ ਫਿਤਰਤ ਹੈ ਕਿ ਇਹ ਚਾਹੁੰਦਾ ਵੀ ਜਿੱਥੇ ਮੈਂ ਜਾਵਾਂ ਉੱਥੇ ਮੇਰੀ ਮਹਿਮਾ ਹੋਵੇ, ਉੱਥੇ ਮੇਰੇ ਬਾਰੇ ਲੋਕੀ ਜਾਣਨ। ਪਰ ਗੁਰੂ ਸਾਹਿਬ ਜੀ ਕਹਿੰਦੇ ਤੂੰ ਆਪਣੇ ਆਪ ਨੂੰ ਮੇਟਣ ਦਾ ਯਤਨ ਕਰ ਭਾਈ, ਆਪਣੇ ਆਪ ਨੂੰ ਨੀਵਾਂ ਕਰਨ ਦਾ ਯਤਨ ਕਰ। ਇਹ ਕਹਿੰਦਾ ਵੀ ਮੈਨੂੰ ਜਾਣਨ ਪਛਾਣਨ, ਮੇਰੀ ਸੋਭਾ ਹੋਵੇ। ਸਤਿਗੁਰੂ ਕਹਿੰਦੇ ਵੀ ਤਾਂ ਤੂੰ ਪ੍ਰਵਾਨ ਹੋਵੇਂਗਾ ਜੇ ਆਪਣੇ ਆਪ ਨੂੰ ਨੀਵਾਂ ਕਰੇਂਗਾ। ਗੁਰੂ ਸਾਹਿਬ ਨੇ ਤਾਂ ਇੱਥੋਂ ਤੀਕ ਕਹਿ ਦਿੱਤਾ ਜੇ ਆਪਣੇ ਆਪ ਨੂੰ ਤੂੰ ਸਮਾਪਤ ਕਰੇਂਗਾ ਤੇ ਤਾਂ ਪ੍ਰਵਾਨ ਹੋਵੇਂਗਾ। ਪ੍ਰਭੂ ਦੇ ਘਰ ਵਿੱਚ, ਕਰਤਾਰ ਦੇ ਘਰ ਦੇ ਵਿੱਚ ਤੂੰ ਤਾਂ ਪ੍ਰਵਾਨ ਹੋਵੇਂਗਾ ਜੇ ਆਪਣੇ ਆਪ ਨੂੰ ਮੇਟੇਂਗਾ। ਜਿਹੜਾ ਬੀਜ ਧਰਤੀ ਦੇ ਵਿੱਚ ਆਪਣਾ ਆਪਾ ਮੇਟਦਾ ਹੈ, ਉਹੀ ਪੁੰਗਰਦਾ ਹੈ, ਉਹੀ ਉੱਗਦਾ ਹੈ, ਉਹਨੂੰ ਹੀ ਫਲ ਲੱਗਦੇ। ਜੇ ਬੀਜ ਆਖੇ ਮੈਂ ਮਿੱਟੀ ਵਿੱਚ ਰੁਲਣਾ ਹੀ ਨਹੀਂ, ਮੈਂ ਲੁਕਣਾ ਨਹੀਂ, ਮਿੱਟੀ ਦੇ ਵਿੱਚ ਛਿਪਣਾ ਨਹੀਂ, ਮੈਂ ਆਪਣੇ ਆਪ ਨੂੰ ਮੇਟਣਾ ਨਹੀਂ, ਮੈਂ ਮਿੱਟੀ ਵਿੱਚ ਗਲਣਾ ਨਹੀਂ, ਖਤਮ ਨਹੀਂ ਹੋਣਾ, ਤੇ ਉਹ ਉੱਗ ਵੀ ਨਹੀਂ ਸਕਦਾ। ਜਿਹੜਾ ਬਾਹਰ ਰਹਿ ਜਾਵੇ ਉਹ ਨਹੀਂ ਉੱਗਦਾ। ਮਹਾਰਾਜ ਕਹਿੰਦੇ ਇਹੀ ਨਿਯਮ ਹੈ, ਆਪਣੇ ਆਪ ਨੂੰ ਨੀਵਾਂ ਕਰਨਾ ਪੈਂਦਾ ਹੈ, ਆਪਣੇ ਆਪ ਨੂੰ ਮੇਟਣਾ ਪੈਂਦਾ। ਇਸੇ ਨੂੰ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਾਣੀ 'ਚ ਫਰਮਾਇਆ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤਉ ਆਓ ਹਮਾਰੇ ਪਾਸ। ਸਾਰਿਆਂ ਦੀ ਰੇਣੁਕਾ ਤੋਂ ਭਾਵ ਸਾਰਿਆਂ ਦੀ ਚਰਨ ਧੂੜੀ ਹੋ, ਇਹੀ ਆਪਣੇ ਆਪ ਨੂੰ ਮੇਟਣ ਦਾ ਤਰੀਕਾ ਹੈ। ਸਾਰਿਆਂ ਤੋਂ ਨੀਵਾਂ ਹੋ, ਆਪਾ ਨਾ ਜਣਾ, ਹੰਕਾਰ ਨਾ ਕਰ, ਆਪਣਤ ਨਾ ਕਰ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਆ ਫਿਰ ਪ੍ਰਵਾਨ ਹੁੰਦਾ। ਪਰ ਇਹ ਜੀਵ ਦੀ ਹਾਲਤ ਹੈ, ਆਵੇ ਆਪ ਲਿਖਾਏ। ਇਹ ਆਪਣੇ ਆਪ ਨੂੰ ਲਿਖਾਉਂਦਾ ਹੈ, ਜਣਾਉਂਦਾ ਹੈ। ਮਹਾਂਪੁਰਖਾਂ ਦੇ ਪਾਸ ਬੈਠ ਕਰਕੇ ਵੀ ਉਹਨਾਂ ਦੇ ਗੁਣਾਂ ਦੀ ਪਰਖ ਕਰਨੀ ਚਾਹੁੰਦਾ ਹੈ। ਹੁਣ ਪਾਰਖੂ ਤਾਂ ਇਹ ਹੈ ਨਹੀਂ, ਹੈ ਤਾਂ ਅਗਿਆਨੀ, ਹੈ ਤਾਂ ਅੰਨਾ, ਦਿਸਦਾ ਤੇ ਇਹਨੂੰ ਹੈ ਨਹੀਂ। ਪਰ ਇਹ ਸੰਤਾਂ ਦੇ ਵਿੱਚ ਜਿਹੜੇ ਸ਼ੁਭ ਗੁਣ ਰੂਪੀ ਰਤਨ ਵਾ, ਉਹਨਾਂ ਰਤਨਾਂ ਦੀ ਪਰਖ ਕਰਨੀ ਚਾਹੁੰਦਾ ਹੈ। ਤੇ ਇਹ ਜਿਹੜਾ ਅੱਖਾਂ ਤੋਂ ਹੀਣਾ, ਨਜ਼ਰ ਤੋਂ ਹੀਣਾ ਕਿਵੇਂ ਕਰ ਸਕਦਾ? ਮਹਾਰਾਜ ਕਹਿੰਦੇ ਨਹੀਂ ਕਰ ਸਕਦਾ। ਪਰਖ ਤਾਂ ਕੋਈ ਪਾਰਖੂ ਹੀ ਕਰੂਗਾ ਨਾ। ਬ੍ਰਹਮ ਗਿਆਨੀ ਦੀ ਅਵਸਥਾ ਨੂੰ ਤੇ ਕੋਈ ਬ੍ਰਹਮ ਗਿਆਨੀ ਜਾਣ ਸਕਦਾ ਨਾ। ਉਹ ਤਾਂ ਕੋਈ ਨਿਗਾਹ ਵਾਲਾ ਹੀ ਜਾਣ ਸਕਦਾ, ਕੋਈ ਨਜ਼ਰ ਵਾਲਾ ਹੀ ਜਾਣ ਸਕਦਾ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਦੂਜਾ ਕਿਵੇਂ ਜਾਣੇਗਾ? ਮਾਇਆ ਧਾਰੀ ਅਤ ਅੰਨਾ ਬੋਲਾ। ਜਿਹੜਾ ਅਤ ਦਾ ਅੰਨਾ ਹੈ, ਅਤ ਦਾ ਬੋਲਾ ਹੈ, ਉਹ ਕਿਵੇਂ ਜਾਣ ਸਕਦਾ ਹੈ? ਰਤਨਾਂ ਨੂੰ ਕਿਵੇਂ ਪਰਖ ਸਕਦਾ? ਸ਼ੁਭ ਗੁਣਾ ਰੂਪੀ ਰਤਨਾਂ। ਸ਼ਬਦ ਨਾ ਸੁਣਾਈ ਬਹੁ ਘਚੋਲਾ, ਜਿਹਦੇ ਅੰਦਰ ਤੇ ਬਹੁਤਾ ਰੋਲਾ ਘਚੋਲਾ ਹੀ ਪਿਆ ਰਹਿੰਦਾ ਹੈ। ਤੋ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਦੀ ਹਾਲਤ ਸੰਸਾਰੀ ਜੀਵ ਦੀ ਹੈ। ਇਸੇ ਪ੍ਰਕਾਰ ਇਸ ਸ਼ਲੋਕ ਵਿੱਚ ਹੋਰ ਭਾਵ ਵੀ ਰੱਖਿਆ ਹੈ। ਫੇਰ ਆਰੰਭ ਤੋਂ ਪੜ੍ਹੀਏ ਜੀ। ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ। ਮਹਾਰਾਜ ਕਹਿੰਦੇ ਜੀਵ ਅਗਿਆਨੀ ਜੋ ਹੈ, ਅਗਿਆਨ ਕਰਕੇ ਅੰਧਾ ਹੈ। ਇੱਕ ਬਾਹਰਲੀਆਂ ਅੱਖਾਂ ਹਨ ਸਾਡੀਆਂ ਦੋ, ਇੱਕ ਅੰਦਰਲੀਆਂ ਅੱਖਾਂ ਹਨ ਸਾਧ ਸੰਗਤ ਜੀ, ਮਨ ਤੇ ਬੁੱਧ ਰੂਪੀ ਅੱਖਾਂ। ਮਨ ਤੇ ਬੁੱਧ ਰੂਪੀ ਅੱਖਾਂ ਦੇ ਵਿੱਚ ਜੋ ਅਵਿਦਿਆ ਹੈ, ਅਗਿਆਨਤਾ ਹੈ, ਬੇਸਮਝੀ ਹੈ, ਉਹ ਅਗਿਆਨਤਾ ਦਾ, ਬੇਸਮਝੀ ਦਾ ਹਨੇਰਾ ਪਿਆ ਹੋਇਆ ਤੇ ਅੰਦਰਲੀਆਂ ਅੱਖਾਂ ਕੰਮ ਨਹੀਂ ਕਰਦੀਆਂ। ਇਸ ਕਰਕੇ ਜੀਵ ਅੰਨਾ ਹੈ। ਤੇ ਅੰਨਾ ਹੋ ਕਰਕੇ, ਦਿਸਣ ਤੋਂ ਰਹਿਤ ਹੋ ਕਰਕੇ ਰਤਨਾ ਪਰਖਣ ਜਾਏ। ਰਤਨ ਕੀ ਹੈ? ਗੁਰੂ ਕਾ ਸ਼ਬਦ। ਗੁਰੂ ਕੇ ਸ਼ਬਦ ਨੂੰ, ਗੁਰੂ ਕੇ ਉਪਦੇਸ਼ ਨੂੰ ਵੀ ਬਾਣੀ ਵਿੱਚ ਰਤਨ ਆਖਿਆ। ਜਿਵੇਂ ਆਪਾਂ ਆਨੰਦ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ, ਤੀਜੇ ਪਾਤਸ਼ਾਹ ਦਾ ਬਚਨ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚੈ ਲਾਇਆ ਭਾਓ। ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ 부ਝਾਏ। ਕਹੈ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਗੁਰੂ ਕਾ ਸ਼ਬਦ ਰੂਪੀ ਰਤਨ ਹੈ। ਹੁਣ ਇਹ ਅਗਿਆਨੀ ਜੀਵ ਸਤ ਸੰਗਤ ਵਿੱਚ ਆ ਜਾਂਦਾ ਹੈ। ਮਹਾਰਾਜ ਧੰਨ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਇੱਥੇ ਆ ਕੇ ਵੀ ਰਤਨਾਂ ਦੀ ਪਰਖ ਕਰਨੀ ਚਾਹੁੰਦਾ ਹੈ। ਭਾਵ ਗੁਰੂ ਕੇ ਸ਼ਬਦ ਦੀ ਵੀ ਇਹ ਪਰਖ ਕਰਨ ਦਾ ਯਤਨ ਕਰਦਾ। ਹੁਣ ਇਹਦੇ ਕੋਲੇ ਕਸਵੱਟੀ ਹੈ ਤਾਂ ਨਹੀਂ, ਇਹਦੇ ਕੋਲੇ ਨਜ਼ਰ ਹੈ ਤਾਂ ਨਹੀਂ ਪਾਰਖੂਆਂ ਵਾਲੀ।
ਪਰ ਇਹ ਗੁਰੂ ਕੇ ਸ਼ਬਦ ਨੂੰ ਵੀ ਪਰਖਣ ਦਾ ਯਤਨ ਕਰਦਾ ਹੈ। ਰਤਨਾ ਸਾਰ ਨਾ ਜਾਣੈ। ਇਸ ਕਰਕੇ ਇਹਨੇ ਤਾਂ ਗੁਰੂ ਕੇ ਸ਼ਬਦ ਨੂੰ ਗ੍ਰਹਿਣ ਕਰਨਾ ਸੀ, ਗੁਰੂ ਸਾਹਿਬ ਜੀ ਦੇ ਸ਼ਬਦ ਨੂੰ ਇਸ ਨੇ ਵਿਹਾਜਣਾ ਸੀ, ਇਸ ਨੇ ਪ੍ਰਾਪਤ ਕਰਨਾ ਸੀ। ਆਪਣਾ ਮਨ ਭੇਟ ਕਰਕੇ, ਮਨ ਦੀ ਮੱਤ ਛੱਡ ਕੇ ਤੇ ਗੁਰੂ ਸਾਹਿਬ ਜੀ ਦਾ ਉਪਦੇਸ਼, ਗੁਰੂ ਕਾ ਸ਼ਬਦ ਰਤਨ ਆਪਣੇ ਹਿਰਦੇ ਵਿੱਚ ਵਸਾਉਣਾ ਸੀ। ਸੰਗਤ ਵਿੱਚ ਆ ਕਰਕੇ ਵੀ ਇਹ ਸ਼ਬਦ ਰੂਪੀ, ਉਪਦੇਸ਼ ਰੂਪੀ ਰਤਨਾ ਦੀ ਸਾਰ ਨਹੀਂ ਜਾਣਦਾ। ਇਸ ਕਰਕੇ ਸਾਰ ਨਹੀਂ ਜਾਣਦਾ, ਸ਼ਬਦ ਨਾਲ ਜੁੜ ਨਹੀਂ ਸਕਦਾ। ਸੰਗਤ ਵਿੱਚ ਬਹਿ ਕੇ ਵੀ ਆਪਣੀਆਂ ਗੱਲਾਂ ਬਾਤਾਂ ਕਰਕੇ ਇਹ ਚਲੇ ਜਾਂਦਾ ਹੈ। ਗੁਰੂ ਕੇ ਸ਼ਬਦ ਰੂਪੀ ਰਤਨਾ ਦੀ ਸਾਰ ਨਹੀਂ ਜਾਣਦਾ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਹਿੰਦੇ, ਰਤਨਾ ਸਾਰ ਨਾ ਜਾਣੀ। ਇੱਥੇ ਆ ਕਰਕੇ ਸਤ ਸੰਗਤ ਰੂਪੀ ਹੱਟ ਦੇ ਉੱਤੇ, ਇਹ ਜਿਹੜਾ ਸਭ ਤੋਂ ਵੱਡਾ ਹੱਟ ਹੈ, ਜਿੱਥੇ ਨਾਮ ਦਾ ਖਜ਼ਾਨਾ ਮਿਲਦਾ ਹੈ, ਜਿੱਥੇ ਸ਼ਬਦ ਦਾ ਖਜ਼ਾਨਾ ਮਿਲਦਾ ਹੈ, ਜਿੱਥੇ ਸ਼ਬਦ ਰੂਪੀ ਹੀਰੇ ਮੋਤੀ ਦੇ ਰਤਨ ਪ੍ਰਾਪਤ ਹੁੰਦੇ ਹਨ, ਇਹ ਸਤ ਸੰਗਤ ਰੂਪੀ ਮੋਦੀ ਖਾਨੇ ਵਿੱਚ ਆ ਕੇ, ਸਤ ਸੰਗਤ ਰੂਪੀ ਹੱਟ ਤੇ ਆ ਕੇ, ਜਿੱਥੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ 13 ਕਹਿ ਕਰਕੇ ਝੋਲੀਆਂ ਭਰਦੇ ਆ, ਇਸ ਮੋਦੀ ਖਾਨੇ ਵਿੱਚੋਂ, ਇਸ ਹੱਟ ਸਾਹਿਬ ਦੇ ਵਿੱਚੋਂ, ਸਤ ਸੰਗਤ ਰੂਪੀ ਹੱਟ ਸਾਹਿਬ ਦੇ ਵਿੱਚੋਂ, ਜਿੱਥੇ 13 ਕਹਿ ਕੇ ਹਿਰਦੇ ਦੀਆਂ ਝੋਲੀਆਂ ਭਰਦੇ ਆ ਸ਼ਬਦ ਰੂਪੀ ਰਤਨਾ ਦੇ ਨਾਲ, ਨਾਮ ਰੂਪੀ ਰਤਨਾ ਦੇ ਨਾਲ, ਇੱਥੇ ਬੈਠ ਕਰਕੇ ਵੀ ਇਹ ਸ਼ਬਦ ਰੂਪੀ ਰਤਨਾ ਦੀ ਸਾਰ ਨਹੀਂ ਜਾਣਦਾ। ਮਹਾਰਾਜ ਕਹਿੰਦੇ ਰਤਨਾ ਸਾਰ ਨਾ ਜਾਣੇ, ਕਿਉਂਕਿ ਇਹਦੇ ਕੋਲੇ ਨਜ਼ਰ ਹੀ ਨਹੀਂ ਹੈ, ਇਹਦੇ ਕੋਲੇ ਅੱਖਾਂ ਹੀ ਨਹੀਂ ਹਨ। ਮਨ ਬੁੱਧ ਰੂਪੀ ਅੱਖਾਂ ਦੇ ਵਿੱਚ ਅਗਿਆਨਤਾ, ਭਰਮ ਦੇ ਫੁੱਲੇ ਪਏ ਹੋਏ ਹਨ। ਇਸ ਕਰਕੇ ਭਰਮ ਦੇ ਵਿੱਚ ਪੈ ਕਰਕੇ, ਅਗਿਆਨ ਅੰਧਤਾਈ ਵਿੱਚ ਪੈ ਕਰਕੇ ਗੁਰੂ ਕੇ ਸ਼ਬਦਾਂ ਰੂਪੀ ਰਤਨਾ ਦੀ ਸਾਰ ਨਹੀਂ ਜਾਣਦਾ। ਆਵੇ ਆਪ ਲਿਖਾਏ, ਸੰਗਤ ਵਿੱਚੋਂ ਵੀ ਆਪਣੇ ਆਪ ਨੂੰ ਲਿਖਾ ਕੇ ਹੀ ਆ ਜਾਂਦਾ ਹੈ, ਆਪਣਾ ਆਪਾ ਜਣਾ ਕੇ ਆ ਜਾਂਦਾ ਹੈ ਕਿ ਮੈਂ ਵੀ ਕੁਝ ਹਾਂ, ਮੈਂ ਕੋਈ ਛੋਟਾ ਨਹੀਂ ਹਾਂ, ਮੈਂ ਬਹੁਤ ਵੱਡਾ ਹਾਂ। ਇੱਥੇ ਵੀ ਆਪਣੇ ਆਪੇ ਨੂੰ ਹੀ ਆ ਕਰਕੇ ਜਣਾਉਂਦਾ ਹੈ। ਇੱਥੇ ਤਾਂ ਆ ਕਰਕੇ ਨੀਵਾਂ ਹੋਣਾ ਸੀ, ਇੱਥੇ ਤੇ ਆ ਕਰਕੇ ਹੰਕਾਰ ਨੂੰ ਮਾਰਨਾ ਸੀ, ਇੱਥੇ ਤੇ ਆ ਕਰਕੇ ਮੈਂ ਮੇਰੀ ਨੂੰ ਛੱਡਣਾ ਸੀ। ਪਰ ਮਹਾਰਾਜ ਕਹਿੰਦੇ ਇੱਥੇ ਆ ਕਰਕੇ ਵੀ ਇਹ ਮੇਰੀ ਮੇਰੀ ਕਰਦਾ ਰਿਹਾ, ਮੈਂ ਕਰਦਾ ਰਿਹਾ। ਆਵੇ ਆ ਤਾਂ ਗਿਆ, ਪਰ ਆਪ ਲਿਖਾਏ। ਆਪ ਦਾ ਭਾਵ ਹੈ ਹੰਕਾਰ, ਆਪਣੇ ਹੰਕਾਰ ਨੂੰ ਹੀ ਇੱਥੇ ਆ ਕੇ ਜਣਾਉਂਦਾ, ਆਪਣੇ ਵੱਡੇ ਪੁਣੇ ਨੂੰ ਹੀ ਆ ਕਰਕੇ ਜਣਾਉਂਦਾ, ਵੱਡੇ ਪੁਣੇ ਨੂੰ। ਇਸ ਕਰਕੇ ਸ਼ਬਦ ਨਾਲ ਇਹਦੀ ਸਾਂਝ ਨਹੀਂ ਪੈਂਦੀ, ਕਿਉਂਕਿ ਜਿੱਥੇ ਹਉਮੈ ਹੈ ਉੱਥੇ ਮਹਾਰਾਜ ਕਹਿੰਦੇ ਨਾਮ ਨਹੀਂ ਫਿਰ ਵਸਦਾ। ਜਿੱਥੇ ਨਾਮ ਵਸਦਾ ਉੱਥੇ ਫਿਰ ਹਉਮੈ ਨਹੀਂ ਰਹਿੰਦੀ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਦੋਵੇਂ ਇੱਕ ਥਾਂ ਤੇ ਨਹੀਂ ਰਹਿ ਸਕਦੇ, ਵਿਰੋਧ ਹੈ, ਝਗੜਾ ਹੈ ਦੋਨਾਂ ਦਾ ਆਪਸ ਵਿੱਚ। ਆਵੇ ਆਪ ਲਿਖਾਏ, ਇੱਥੇ ਤਾਂ ਨੀਵਾ ਹੋਣਾ ਸੀ। ਇਸ ਕਰਕੇ ਇਹ ਗੁਰੂ ਕੇ ਸ਼ਬਦ ਰੂਪੀ ਰਤਨਾ ਦੀ ਸਾਰ ਨਹੀਂ ਜਾਣਦਾ ਹੈ। ਮਹੱਲਾ ਦੂਜਾ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਅਗਲੇ ਸ਼ਲੋਕ ਵਿੱਚ ਹੋਰ ਕਿਰਪਾਲਤਾ ਕਰਦੇ ਹਨ। ਰਤਨਾ ਤੇਰੀ ਗੁਥਲੀ ਰਤਨੀ ਖੋਲੀ ਆਏ। ਮਹਾਰਾਜ ਕਹਿੰਦੇ ਜਿਸ ਗੁਥਲੀ ਦੇ ਵਿੱਚ ਰਤਨ ਪਾਏ ਹੋਏ ਆ ਨਾ, ਰਤਨਾ ਵਾਲੀ ਜਿਹੜੀ ਗੁਥਲੀ ਹੈ, ਉਹ ਫਿਰ ਰਤਨੀ ਖੋਲੀ ਆਏ। ਰਤਨਾ ਵਾਲੇ ਨੇ, ਜਿਹਦੇ ਕੋਲੇ ਰਤਨ ਵਾ, ਉਹਨੇ ਰਤਨਾ ਵਾਲੀ ਗੁਥਲੀ ਖੋਲ ਦਿੱਤੀ ਹੈ ਆ ਕਰਕੇ। ਵਖਰ ਤੈ ਬਣਜਾਰਿਆ ਦੋਹਾ ਰਜੀ ਸਮਾਏ। ਵਖਰ ਜਿਹੜਾ ਤੇ ਇਹ ਰਤਨਾ ਰੂਪੀ ਵਖਰ ਸੌਦਾ ਲੈ ਕੇ ਆਇਆ ਵੇਚਣ ਵਾਸਤੇ, ਤੇ ਵਣਜਾਰੇ ਜਿਹੜੇ ਹਨ ਉਹ ਜਿਹੜੇ ਵਪਾਰ ਕਰਨ ਵਾਸਤੇ ਆਏ, ਖਰੀਦਣ ਵਾਸਤੇ ਆਏ ਰਤਨਾ। ਵਖਰ ਤੈ ਵਣਜਾਰਿਆ, ਸੌਦਾ ਵੇਚਣ ਵਾਲਾ ਤੇ ਖਰੀਦਣ ਵਾਲਾ, ਦੋਹਾ ਰਹੀ ਸਮਾਏ। ਦੋਵੇਂ ਹੀ ਮਸਤ ਹੋ ਗਏ। ਦੋਨਾਂ ਦੀਆਂ ਅੱਖਾਂ ਦੇ ਵਿੱਚ ਪ੍ਰਕਾਸ਼ ਪੈ ਗਿਆ ਰਤਨਾ ਦਾ ਵੀ ਐਸੇ ਰਤਨ ਅਮੋਲਕ ਰਤਨ ਹਨ। ਵੇਚਣ ਵਾਲੇ ਜਿਹੜੇ ਹਨ ਉਹਨਾਂ ਦੇ ਵੀ ਤੇ ਖਰੀਦਣ ਵਾਲੇ ਵੀ ਜਿਹੜੇ, ਉਹ ਦੋਵੇਂ ਹੀ ਸਮਾਏ, ਬਹੁਤ ਖੁਸ਼ੀ ਦੇ ਸਹਿਤ ਹੋ ਗਏ, ਸਮਾੜੇ ਦੇ ਸਹਿਤ ਹੋ ਗਏ। ਇਸੇ ਪ੍ਰਕਾਰ ਫੇਰ ਇਹ ਸ਼ਲੋਕ ਆਰੰਭ ਤੋਂ ਪੜ੍ਹੀਏ ਜੀ। ਰਤਨਾ ਤੇਰੀ ਗੁਥਲੀ ਰਤਨੀ ਖੋਲੀ ਆਏ। ਰਤਨ
ਸ਼ੁਭ ਗੁਣਾਂ ਦੀ ਜੋ ਗੁਥਲੀ ਹੈ ਨਾ, ਉਹ ਰਤਨਾ ਵਾਲੇ ਕੌਣ ਵਾ? ਸੰਤ ਮਹਾਂਪੁਰਖ, ਗੁਰੂ ਕੇ ਪਿਆਰੇ, ਜਿਨ੍ਹਾਂ ਨੂੰ ਮਹਾਰਾਜ ਜੀ ਨੇ ਸ਼ਬਦ ਰਤਨ ਬਖਸ਼ਿਸ਼ ਕੀਤਾ ਹੋਇਆ ਹੈ। ਉਹਨਾਂ ਨੇ ਫਿਰ ਇਹ ਸ਼ੁਭ ਗੁਣਾਂ ਦੀ ਜੋ ਗੁਥਲੀ ਹੈ ਉਹ ਖੋਲ ਦਿੱਤੀ ਹੈ ਜਗਿਆਸੂਆਂ ਦੇ ਅੱਗੇ। ਵਖਰ ਤੈ ਵਣਜਾਰਿਆ ਦੋਹਾ ਰਹੀ ਸਮਾਏ। ਵਖਰ ਜਿਹੜੇ ਤੱਤ ਬੇਤੇ ਹਨ ਸੌਦੇ ਨੂੰ, ਇਹ ਨਾਮ ਰੂਪੀ ਰਤਨ ਨੂੰ, ਸ਼ੁਭ ਗੁਣਾ ਰੂਪੀ ਰਤਨਾਂ ਨੂੰ ਵੇਚਣ ਵਾਲੇ, ਵੰਡਣ ਵਾਲੇ, ਤੇ ਵਣਜਾਰੇ ਆ ਵਪਾਰੀ ਜਗਿਆਸੂ, ਸ਼ਰਧਾ ਵਾਲੇ, ਜਿਨ੍ਹਾਂ ਦੇ ਅੰਦਰ ਆਸਾ ਜਾਗੀ ਹੈ ਇਹਨਾਂ ਰਤਨਾਂ ਨੂੰ ਪ੍ਰਾਪਤ ਕਰਨ ਦੀ। ਦੋਹਾ ਰਹੀ ਸਮਾਏ, ਦੋਨਾਂ ਦੀ ਬਿਰਤੀ ਸਮਾ ਰਹੀ ਹੈ, ਲੀਨ ਹੋ ਰਹੀ ਹੈ ਸ਼ਬਦ ਰੂਪੀ ਰਤਨ ਦੇ ਨਾਲ, ਸ਼ੁਭ ਗੁਣਾ ਰੂਪੀ ਰਤਨ ਦੇ ਨਾਲ। ਇਸੇ ਪ੍ਰਕਾਰ ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ। ਰਤਨਾ ਦੀ ਜਿਹੜੀ ਗੁਥਲੀ ਹੈ, ਰਤਨਾ ਦੀ ਜੋ ਇੱਕ ਰਤਨਾ ਦਾ ਖਜ਼ਾਨਾ ਹੈ, ਇਹ ਸਤਿਗੁਰੂ ਜੀ ਦੇ ਪਾਸ ਹੈ। ਸ਼ਬਦ ਰੂਪੀ ਰਤਨਾ ਦੀ ਗੁਥਲੀ ਇਹ ਸਤਿਗੁਰੂ ਜੀ ਦੇ ਪਾਸ ਹੈ, ਤੇ ਸਤਿਗੁਰੂ ਰੂਪੀ ਰਤਨੀ ਖੋਲੀ ਆਏ ਜੋ ਰਤਨਾ ਦੇ ਮਾਲਕ ਹਨ। ਉਹ ਸਤਿਗੁਰੂ ਜੀ ਨੇ ਇਹ ਫਿਰ ਸਤ ਸੰਗਤ ਦੇ ਵਿੱਚ ਆਪਣੇ ਪਵਿੱਤਰ ਸ਼ਬਦਾਂ ਦੀ, ਉਪਦੇਸ਼ ਦੀ ਗੁਥਲੀ ਜਿਹੜੀ ਹੈ ਨਾ, ਇਹ ਪੰਡ ਦੀ ਗੰਢ ਖੋਲ ਦਿੱਤੀ ਹੈ। ਵਖਰ ਤੈ ਵਣਜਾਰਿਆ, ਫਿਰ ਜਿਹੜੇ ਵਖਰ ਹਨ ਇਹ ਸੌਦਾ ਹੈ, ਉਪਦੇਸ਼ ਰੂਪੀ ਜੋ ਇਹ ਖਰਾ ਸੌਦਾ ਹੈ, ਸ਼ਬਦ ਰੂਪੀ ਇਹ ਵਖਰ ਹੈ, ਲਾਭਦਾਇਕ ਸੌਦਾ ਹੈ। ਇਸ ਦੇ ਜਿਹੜੇ ਵਣਜਾਰਿਆ ਵਪਾਰੀ ਹਨ, ਖਰੀਦਣ ਵਾਲੇ ਆ, ਉਹ ਆ ਸ਼ਰਧਾ ਵਾਲੇ ਜਗਿਆਸੂ। ਦੋਹਾ ਰਹੀ ਸਮਾਏ, ਜਿਹੜੇ ਮਹਾਤਮਾ ਜਨਮਾਂ ਜਗਿਆਸੂ ਆ, ਉਹ ਦੋਵੇਂ ਹੀ ਸਮਾ ਰਹੇ, ਉਹਨਾਂ ਦੀ ਬਿਰਤੀ ਸਮਾ ਰਹੀ ਹੈ, ਇਹ ਸ਼ਬਦ ਰੂਪੀ ਰਤਨਾਂ ਦੇ ਵਿੱਚ ਲੀਨ ਹੋ ਰਹੀ ਹੈ। ਜਿਨ ਗੁਣ ਵੱਲ ਨਾਨਕ ਮਾਨ ਗੁਣ ਵਣਜਤ ਸੇ। ਰਤਨਾਂ ਨੂੰ ਵੀ ਕਿਹੜੇ ਵਣਜ ਸਕਦੇ ਆ? ਜਿਨ੍ਹਾਂ ਦੇ ਪੱਲੇ ਦੇ ਵਿੱਚ ਪੈਸੇ ਹੋਣ, ਜਿਨ੍ਹਾਂ ਕੋਲੇ ਪੂੰਜੀ ਹੋਵੇ, ਕੋਈ ਸੌਦਾ ਖਰੀਦ ਸਕਦਾ ਨਾ। ਜਿਹਦੇ ਕੋਲੇ ਪੂੰਜੀ ਨਹੀਂ ਹੈਗੀ ਉਹਨੇ ਸੌਦਾ ਕੀ ਖਰੀਦਣਾ? ਇਸੇ ਤਰ੍ਹਾਂ ਇਹ ਜੋ ਸ਼ਬਦ ਰੂਪੀ ਵਖਰ ਹੈ, ਉਪਦੇਸ਼ ਰੂਪੀ ਜੋ ਵਖਰ ਲਾਭਦਾਇਕ ਸੌਦਾ ਹੈ, ਜਿਨ੍ਹਾਂ ਦੇ ਹਿਰਦੇ ਰੂਪੀ ਪੱਲੇ ਦੇ ਵਿੱਚ ਸ਼ਰਧਾ ਰੂਪੀ ਗੁਣ ਹਨ, ਭਰੋਸਾ ਰੂਪੀ ਗੁਣ ਹਨ, ਧਰਮ ਦੇ ਸ਼ੁਭ ਗੁਣ, ਜਿਣ ਗੁਣ ਪੱਲੇ, ਜਿਨ੍ਹਾਂ ਦੇ ਪੱਲੇ ਦੇ ਵਿੱਚ, ਬੁੱਧੀ ਰੂਪੀ ਪੱਲੇ ਵਿੱਚ, ਹਿਰਦੇ ਰੂਪੀ ਪੱਲੇ ਵਿੱਚ ਸ਼ੁਭ ਗੁਣ ਹਨ। ਮਾਣਕ ਵਣਜਹਿ ਸੇ, ਉਹ ਇਹ ਮਾਣਕਾਂ ਨੂੰ ਵਣਜਦੇ ਹਨ, ਵਿਹਾਜਦੇ ਹਨ, ਖਰੀਦਦੇ ਹਨ, ਉਹ ਗੁਰਮੁਖ ਪਿਆਰੇ। ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਖਜ਼ਾਨਾ ਰਤਨਾਂ ਦਾ, ਮਾਣਕਾਂ ਦਾ, ਮੋਤੀਆਂ ਦਾ, ਗੁਰੂ ਕੇ ਸ਼ਬਦ ਰੂਪੀ ਮਾਣਕ ਮੋਤੀਆਂ ਦਾ। ਉਹ ਸਰਵਣ ਮੰਨਣ ਤੇ ਨਿਧਿਆਸਣ ਨੂੰ ਪ੍ਰਾਪਤ ਕਰਦੇ ਹਨ। ਰਤਨਾ ਸਾਰ ਨਾ ਜਾਣਨੀ ਅੰਧੇ ਵਤਹਿ ਲੋਏ। ਰਤਨਾ ਸਾਰ ਨਾ ਜਾਣਨੀ, ਜੋ ਇਹ ਸ਼ੁਭ ਗੁਣ ਰੂਪੀ ਰਤਨ ਹਨ, ਅਥਵਾ ਗੁਰੂ ਕਾ ਸ਼ਬਦ ਰੂਪੀ ਰਤਨ ਹੈ, ਇਹਨਾਂ ਗੁਰੂ ਕੇ ਸ਼ਬਦਾਂ ਰੂਪੀ ਰਤਨਾਂ ਦੀ ਸਾਰ ਨਹੀਂ ਜੋ ਜਾਣਦੇ ਜੀਵ, ਜਿਹੜੇ ਗੁਰੂ ਕੀ ਬਾਣੀ, ਗੁਰੂ ਕੇ ਸ਼ਬਦ ਦੇ ਮਹਾਤਮ ਨੂੰ ਨਹੀਂ ਜਾਣਦੇ ਹਨ, ਮਹਿਮਾ ਨੂੰ ਨਹੀਂ ਜਾਣਦੇ ਹਨ। ਮਹਾਰਾਜ ਕਹਿੰਦੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਅੰਧੇ ਵਤਹਿ ਲੋਏ। ਲੋਏ ਕਹੀਏ ਉਹ ਲੋਕ, ਲੋਏ ਉਹ ਲੋਕ ਸੰਸਾਰ ਦੇ ਵਿੱਚ ਅੰਧੇ ਹੋਏ ਵਤਹਿ ਫਿਰਦੇ ਹਨ। ਉਹ ਅੰਨੇ ਹੋਏ ਫਿਰਦੇ ਹਨ, ਭਾਵ ਉਹਨਾਂ ਦੀਆਂ ਅੱਖਾਂ ਕੰਮ ਨਹੀਂ ਕਰਦੀਆਂ, ਉਹ ਤੁਰੇ ਫਿਰਦੇ ਹਨ ਅਗਿਆਨ ਦੀ ਅੰਧਤਾਈ ਦੇ ਵਿੱਚ, ਅਗਿਆਨਤਾ ਵਿੱਚ। ਉਹ ਗੁਰੂ ਕੇ ਸ਼ਬਦਾਂ ਰੂਪੀ, ਉਪਦੇਸ਼ ਰੂਪੀ ਰਤਨਾਂ ਦੀ ਤੇ ਸ਼ੁਭ ਗੁਣਾ ਰੂਪੀ ਰਤਨਾਂ ਦੀ ਸਾਰ ਨਹੀਂ ਜਾਣਦੇ, ਮਹਾਤਮ ਨੂੰ ਨਹੀਂ ਜਾਣਦੇ। ਪੌੜੀ ਨੌ ਦਰਵਾਜੇ ਕਾਇਆ ਕੋਟ ਹੈ। ਪੌੜੀ ਦੇ ਵਿੱਚ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਇਹ 15ਵੀਂ ਪੌੜੀ ਹੈ ਰਾਮਕਲੀ ਰਾਗ ਦੀ ਪਹਿਲੀ ਵਾਰ ਦੀ। ਤੇ ਸਤਿਗੁਰੂ ਗਰੀਬ ਨਵਾਜ ਫਰਮਾਉਂਦੇ ਹਨ ਕਿ ਇਹ ਜੋ ਕਾਇਆ ਹੈ, 9 ਦਰਵਾਜੇ ਕਾਇਆ ਕੋਟ ਹੈ। ਇਹ ਕਾਇਆ ਰੂਪੀ ਸਾਡਾ ਅਸਥੂਲ ਜਿਹੜਾ ਸਰੀਰ ਹੈ, ਕਾਇਆ ਰੂਪੀ ਜੋ ਕੋਟ ਕਿਲਾ ਹੈ, ਇਹ ਸਰੀਰ ਰੂਪੀ ਕਿਲੇ ਦੇ ਵਿੱਚ ਕਰਤਾ ਪੁਰਖ ਨੇ 9 ਦਰਵਾਜੇ ਰੱਖੇ ਹੋਏ ਹਨ।
9 ਛਿਦਰ ਹਨ, 9 ਛੇਕ ਹਨ। ਇਹ ਜਾਣੋ ਕਿ 9 ਦਰਵਾਜ਼ੇ ਹਨ ਇਸ ਕਿਲੇ ਦੇ। 2 ਅੱਖਾਂ, 2 ਕੰਨ, 2 ਨਾਸਿਕਾਂ ਦੇ ਛੇਕ, 1 ਮੁਖ। ਇਹ ਜਿਹੜੇ 7 ਦਰਵਾਜ਼ੇ ਤੇ ਸਾਡੇ ਗਲੇ ਤੋਂ ਉੱਪਰ ਉੱਪਰ ਹੀ ਹਨ ਤੇ 2 ਦਰਵਾਜ਼ੇ ਸਾਡੇ ਉਧਰ ਤੋਂ ਹੇਠਾਂ ਹਨ। ਇਸ ਪ੍ਰਕਾਰ ਦੇ ਨਾਲ ਇਹ 9 ਦਰਵਾਜ਼ੇ ਜਿਹੜੇ ਹਨ ਇਹ ਕਾਇਆ ਰੂਪੀ ਕਿਲੇ ਦੇ ਵਿੱਚ ਹਨ, ਪ੍ਰਗਟ ਦਿਸਣ ਵਾਲੇ। ਇਹ 10ਵਾਂ ਦਰਵਾਜ਼ਾ ਜਿਹੜਾ ਹੈ ਉਹ ਗੁਪਤ ਰੱਖਿਆ ਹੋਇਆ ਕਰਤਾ ਪੁਰਖ ਨੇ। ਤੇ 10ਵੇਂ ਦਰਵਾਜ਼ੇ ਦੇ ਵਿੱਚ 10ਵੇਂ ਥਾਂ ਤੇ ਆਪਣੇ ਆਪ ਨੂੰ ਗੁਪਤ ਰੱਖਿਆ ਹੋਇਆ ਹੈ। ਫਿਰ ਉਹ 10ਵਾਂ ਜਿਹੜਾ ਹੈ ਮਹਾਰਾਜ ਸਾਹਿਬ ਕਹਿੰਦੇ ਵੀ ਉੱਥੇ ਬੱਜਰ ਵਰਗਾ ਕਪਾਟ ਲਾਇਆ ਹੋਇਆ ਹੈ। ਬੱਜਰ ਪੱਥਰ ਦੀ ਤਰ੍ਹਾਂ, ਜਿਹੜਾ ਕਰੜਾ ਬੱਜਰ ਦੀ ਤਰ੍ਹਾਂ ਕਪਾਟ। ਕਪਾਟ ਨਾਮ ਹੁੰਦਾ ਹੈ ਦਰਵਾਜ਼ੇ ਦਾ, ਜਿਵੇਂ ਕਵਾੜ ਵੀ ਕਿਹਾ ਜਾਂਦਾ ਹੈ। ਕਪਾਟ ਨਾਮ ਹੀ ਦਰਵਾਜ਼ੇ ਦਾ ਹੈ। ਬੱਜਰ ਨਾਮ ਹੈ ਸਖਤ ਦਾ। ਬਹੁਤ ਸਖਤ ਜਿਹੜੇ ਉੱਥੇ ਕਪਾਟ ਦਰਵਾਜ਼ੇ ਲਾਏ ਹੋਏ ਆ, ਨਾ ਖੁੱਲਣੀ, ਉਹ ਆਪਣੇ ਆਪ ਨਹੀਂ ਖੁੱਲਦੇ ਆ। 10ਵਾਂ ਦਰਵਾਜ਼ਾ ਜਿਹੜਾ ਹੈ ਨਾ ਉਹ ਆਪਣੇ ਆਪ ਨਹੀਂ ਖੁੱਲਦਾ ਹੈ। 10ਵੇਂ ਦੁਆਰ ਦੇ ਜਿਹੜੇ ਦਰਵਾਜ਼ੇ ਹਨ ਉਹ ਐਸੇ ਕਠਨ ਲਾਏ ਹੋਏ ਆ, ਆਪਣੇ ਹੱਥ ਦੇ ਨਾਲ, ਆਪਣੀ ਸਿਆਣਪ ਨਾਲ, ਆਪਣੇ ਯਤਨ ਦੇ ਨਾਲ ਨਹੀਂ ਖੁੱਲਦੇ ਹਨ। ਜਦੋਂ ਜੀਵ ਗੁਰੂ ਕੇ ਸ਼ਬਦ ਨੂੰ ਸੁਣਦਾ, ਗੁਰੂ ਕੇ ਸ਼ਬਦ ਨੂੰ ਮੰਨਦਾ, ਗੁਰੂ ਕੇ ਸ਼ਬਦ ਦੇ ਨਾਲ ਜੁੜ ਕੇ ਗੁਰੂ ਕੇ ਸ਼ਬਦ ਦੇ ਅਨੁਸਾਰੀ ਹੋ ਕੇ ਚੱਲਦਾ, ਗੁਰੂ ਕੇ ਸ਼ਬਦ ਦੀ ਕਮਾਈ ਕਰਦਾ, ਫਿਰ ਗੁਰੂ ਸਾਹਿਬ ਜੀ ਦਾ ਸ਼ਬਦ ਹੀ ਖੋਲ੍ਹਦਾ ਹੈ ਉਸ 10ਵੇਂ ਦਰਵਾਜ਼ੇ ਨੂੰ। ਫਿਰ ਜਿਨ੍ਹਾਂ ਦਾ ਉਹ ਖੁੱਲ ਜਾਂਦਾ ਹੈ ਉਹ ਵੇਖਦੇ ਆ ਕਿ ਉਸ 10ਵੇਂ ਦੁਆਰ ਦੇ ਵਿੱਚ ਹੱਦ ਤੋਂ ਰਹਿਤ ਇੱਕ ਰਸ ਨਾਮ ਦੇ ਵਾਜੇ ਵੱਜਦੇ, ਧੁਨੀ ਵਾਲੇ ਵਾਜੇ ਵੱਜਦੇ ਆ, ਗੁੰਜਾਰਾਂ ਪੈਂਦੀਆਂ ਹਨ, ਵਾਜੇ ਅਨਹਦ ਤੂਰੇ, ਇੱਕ ਰਸ ਉੱਥੇ ਵਾਜੇ ਵੱਜਦੇ ਹਨ ਨਾਮ ਦੇ। ਕਿਹਨਾਂ ਨੂੰ ਸੁਣਦੇ ਆ ਉੱਥੇ ਨਾਮ ਦੇ ਵਾਜੇ? ਹੱਦ ਤੋਂ ਰਹਿਤ ਅਨਹਦ ਵਾਜੇ ਕਿਹਨਾਂ ਨੂੰ ਸੁਣਦੇ ਹਨ 10ਵੇਂ ਦੁਆਰ ਦੇ ਵਿੱਚ? ਜਿਹੜੇ ਗੁਰੂ ਕੇ ਸ਼ਬਦ ਨਾਲ ਜੁੜੇ ਹੋਏ ਆ। ਗੁਰੂ ਕੇ ਸ਼ਬਦ ਦਾ ਅਭਿਆਸ ਕਰਨ ਵਾਲਿਆਂ ਨੂੰ ਸੁਣੀਜੈ ਉਹ ਸੁਣਦੇ ਹਨ। ਉਹਨਾਂ ਦੇ ਫਿਰ ਸਰੀਰ ਦੇ ਅੰਦਰ ਤਿਨਾਂ ਦੇ ਘਟ ਹਿਰਦੇ ਦੇ ਅੰਤਰਗਤ ਚਾਨਣਾ ਹੋ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ ਗੁਰੂ ਕੇ ਸ਼ਬਦ ਦਾ। ਉਹ ਪ੍ਰਭੂ ਦੀ ਭਗਤੀ ਕਰਦੇ ਆ ਤੇ ਭਾਵ ਭਗਤੀ ਕਰਕੇ ਫਿਰ ਪਰਮੇਸ਼ਰ ਨਾਲ ਮਿਲ ਜਾਂਦੇ ਹਨ। ਉਹਨਾਂ ਗੁਰਮੁਖਾਂ ਨੂੰ ਫਿਰ ਇਹ ਸਮਝ ਪੈ ਜਾਂਦੀ ਹੈ ਕਿ ਸਾਰੀ ਸ੍ਰਿਸ਼ਟੀ ਵਿੱਚ, ਸਾਰਿਆਂ ਦੇ ਵਿੱਚ ਇੱਕੋ ਇੱਕ ਪਰਮੇਸ਼ਰ ਵਾਹਿਗੁਰੂ ਹੀ ਵਰਤ ਰਿਹਾ ਹੈ। ਸਾਰਿਆਂ ਵਿੱਚ ਇੱਕ ਪ੍ਰਭੂ ਦੀ ਜੋਤ ਹੀ ਵਿਆਪਕ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਸਾਰਿਆਂ ਵਿੱਚ ਇੱਕ ਹੀ ਵਰਤ ਰਿਹਾ ਹੈ। ਜਿਸ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨੇ ਆਪ ਹੀ ਸਾਰੀ ਸ੍ਰਿਸ਼ਟੀ ਦੀ ਰਚਨਾ ਰਚਾਈ ਹੋਈ ਹੈ, ਉਹ ਆਪ ਹੀ ਸਾਰੀ ਸ੍ਰਿਸ਼ਟੀ ਦੇ ਵਿੱਚ ਵਰਤ ਰਿਹਾ ਹੈ। ਇਹੋ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਵਾਹ ਵਾਹ ਸੱਚੇ ਪਾਤਸ਼ਾਹ। ਫਿਰ ਉਹ ਗੁਰਮੁਖ ਕਹਿੰਦੇ ਹਨ ਧੰਨ ਹੈ ਤੂੰ, ਅਚਰਜ ਹੈ ਅਚਰਜ ਹੈ ਸੱਚੇ ਪਾਤਸ਼ਾਹ। ਤੂੰ ਸੱਚੀ ਸੋਭਾ ਵਾਲਾ ਹੈ, ਤੂੰ ਆਪ ਵੀ ਸੱਚਾ ਹੈ, ਤੇਰੀ ਮਹਿਮਾ ਵੀ ਸੱਚੀ ਹੈ, ਤੇਰੀ ਸੋਭਾ ਵੀ ਸੱਚੀ ਹੈ। ਤੋ ਗਰੀਬ ਨਵਾਜ ਸਾਹਿਬ ਜੀ ਨੇ ਕਿਰਪਾ ਕੀਤੀ। ਇਹ 15ਵੀਂ ਪੌੜੀ ਸ਼ਲੋਕਾਂ ਦੇ ਸਹਿਤ ਸਤਿਗੁਰੂ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਜੀ ਦੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦੇ ਹਾਂ। ਸਤਿਗੁਰੂ ਜੀ, ਗੁਰੂ ਸਰੂਪ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦੇਣੀ। ਦੇਹੋ ਸੱਜਣ ਆਸੀਸ ਅੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਆਪ ਸੰਗਤ ਦੀ ਸੇਵਾ ਦੇ ਵਿੱਚ ਅਦਬ ਸਹਿਤ ਬੇਨਤੀ ਹੈ। ਕੱਲ ਨੂੰ ਸਾਵਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ, ਮਨ ਤਨ ਰਤਾ ਸੱਚ ਰੰਗ ਇੱਕੋ ਨਾਮੇ ਆਧਾਰ। ਔਰ ਨਾਲ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਸ਼ਹੀਦ, ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਕੱਲ ਨੂੰ ਹੈ ਸਾਧ ਸੰਗਤ ਜੀ। ਤੋ ਗੁਰੂ ਕੀਆਂ ਸੰਗਤਾਂ ਨੇ ਗੁਰੂ ਬਾਬਾ ਜੀ ਦੇ ਚਰਨਾਂ ਦੀ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ।
ਅਖੀਰਲੀਆਂ ਪੰਕਤੀਆਂ ਦਾ ਜਾਪ ਕਰੀਏ ਜੀ। ਸਭ ਮਹਿ ਏਕ ਵਰਤਦਾ ਜਿਨ ਆਪੇ ਰਚਨ ਰਚਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।